ਵਾਹਿਗੁਰੂ 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 ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਆਪਾਂ ਨੂੰ ਸਤਿਗੁਰੂ ਗੁਰਬਾਣੀ ਗੁਰੂ ਰਾਹੀਂ ਉਪਦੇਸ਼ ਬਖਸ਼ਿਸ਼ ਕਰ ਰਹੇ, ਜੋ ਸਾਨੂੰ ਇਹ ਗਿਆਨ ਦਿੰਦੇ, ਇਹਨੂੰ ਬ੍ਰਹਮ ਵਿਦਿਆ ਕਹਿੰਦੇ, ਬ੍ਰਹਮ ਦਾ ਗਿਆਨ। ਬ੍ਰਹਮ ਕਹਿੰਦੇ ਪਰਮਾਤਮਾ ਨੂੰ, ਨਿਰੰਕਾਰ ਵਾਹਿਗੁਰੂ ਨੂੰ ਬ੍ਰਹਮ ਆਖੇ। ਹੁਣ ਆਪਾਂ ਨੂੰ ਸਮਝਾਉਂਦੇ ਵੀ ਇਹ ਸਾਰਾ ਜਿਹੜਾ ਖੇਲ ਹੈ, ਇਹ ਬ੍ਰਹਮ ਨੇ ਹੀ ਸ਼ੁਰੂ ਕੀਤਾ ਹੈ। ਮਾਲਕ ਦੇ ਹੁਕਮ ਦੁਆਰਾ ਹੀ ਜੀਵ ਪੈਦਾ ਹੁੰਦੇ ਨੇ, ਹੁਕਮ ਦੁਆਰਾ ਹੀ ਕਾਰ ਕਮਾਉਂਦੇ ਨੇ। ਉਹਦੇ ਹੁਕਮ ਦੇ ਵਿੱਚ ਹੀ ਜੀਵ ਕਾਲ ਦੇ ਵਾਸਤੇ, ਤੇ ਉਹਦੇ ਹੁਕਮ ਅਨੁਸਾਰ ਹੀ ਸੱਚ ਦੇ ਵਿੱਚ ਸਮਾਉਂਦਾ।
ਗੁਰੂ ਨਾਨਕ ਪਾਤਸ਼ਾਹ ਸਮਝਾਉਂਦੇ ਬਈ ਸਾਰਾ ਕੁਛ ਮਾਲਕ ਦੇ ਹੱਥ ਹੈ। ਸਾਡੇ ਜੀਵਾਂ ਦੇ ਕੁਝ ਹੱਥ ਵੱਸ ਹੈ ਨਹੀਂ। ਮਾਰੇ ਫਰਮਾਉਂਦੇ ਹੁਕਮੀ ਸਭੇ ਉਪਜੇ, ਹੁਕਮੀ ਕਾਰ ਕਮਾਈ, ਹੁਕਮੀ ਕਾਲੇ ਵਸ ਹੈ, ਹੁਕਮੀ ਸਾਸ ਸਮਾਈ। ਨਾਨਕ ਜੋ ਤਿਸ ਭਾਵੈ, ਸੋ ਥੀਏ ਨ ਜਨਤਾ ਵਸ ਕਿਛ ਨਾਹੀ। ਬਈ ਸਾਡੇ ਜੀਵਾਂ ਦੇ ਵਸ ਨਹੀਂ। ਬਈ ਜੋ ਖੇਲ ਹੈ ਉਹ ਸਾਰਾ ਮਾਲਕ ਦਾ। ਜਿਨ੍ਹਾਂ ਦੇ ਪੂਰੇ ਪ੍ਰਸੰਨ ਹੁੰਦੇ ਨੇ, ਜਿਨ੍ਹਾਂ ਦੇ ਖੁਸ਼ ਹੁੰਦੇ, ਉਹਨਾਂ ਨੂੰ ਮਾਲਕ ਇਹ ਖੇਲ ਸਮਝਾਉਂਦੇ, ਉਹਨਾਂ ਨੂੰ ਆਪਣਾ ਆਪਾ ਜਣਾਉਂਦੇ। ਫਿਰ ਉਹਨਾਂ ਦੀ ਡਿਊਟੀ ਲਾਉਂਦੇ ਵੀ ਇਹਨਾਂ ਨੂੰ ਸਮਝਾਓ ਜੀਵਾਂ ਨੂੰ ਬਈ ਇਹ ਸਾਰਾ ਮੇਰਾ ਖੇਲ ਹੈ ਆਪਣਾ, ਮੈਂ ਆਪ ਹੀ ਖੇਲ ਰਿਹਾ। ਨਿਰੰਕਾਰ ਤੋਂ ਮੈਂ ਆਪਣਾ ਹੀ ਇਹ ਆਕਾਰ ਪ੍ਰਗਟ ਕੀਤਾ। ਫਰਮਾਉਂਦੇ ਨਿਰੰਕਾਰ ਆਕਾਰ ਹੈ ਆਪੇ। ਬਈ ਨਿਰੰਕਾਰ ਤੋਂ ਹੀ ਆਕਾਰ ਪ੍ਰਗਟ ਹੋਇਆ। ਮਹਾਰਾਜ ਕਹਿੰਦੇ ਵੀ ਇਹ ਸਾਰਾ ਮੇਰਾ ਆਪਣਾ ਖੇਲ ਹੈ। ਇਹਨਾਂ ਰੰਗਾਂ ਦੇ ਵਿੱਚ ਵੀ ਮੈਂ ਹੀ ਖੇਲਦਾ, ਇਹਨਾਂ ਰੰਗਾਂ ਤੋਂ ਬਾਹਰ ਵੀ। ਜਿਹਨੂੰ ਮਹਾਰਾਜ ਕਹਿੰਦੇ ਆ ਨਿੱਕ ਰੰਗ ਨਿਰਗੁਣ ਇੱਕ ਰੰਗਾ, ਆਪ ਜਲ ਆਪੇ ਹੀ ਤਰੰਗਾ। ਬਈ ਆਪ ਹੀ ਉਜਾਲਾ, ਆਪ ਹੀ ਤਰੰਗਾ। ਬਈ ਸਾਰਾ ਕੁਛ ਉਹ ਆਪ ਹੀ, ਉਹਦਾ ਆਪਣਾ ਹੀ ਖੇਲ ਹੈ। ਸਭ ਕੁਛ ਆਪੇ ਆਪ, ਦੂਜਾ ਵਰਨਾ ਕੋਈ। ਜਿਉਂ ਬੁਲਾਵੇ ਤੇ ਬੋਲੀਏ, ਜਿਉਂ ਆਪ ਬੁਲਾਵੇ ਸੋਈ। ਬਈ ਸਾਰਾ ਕੁਛ ਮਾਲਕ ਹੀ ਹੈ। ਅਤੇ ਜਿੱਦਾਂ ਉਹ ਪ੍ਰੇਰਦਾ ਹੈ ਉਵੇਂ ਅੱਗੇ ਜੀਵ ਬੋਲਦੇ। ਮਹਾਰਾਜ ਕਹਿੰਦੇ ਉਦਮ ਮਤ ਪ੍ਰਭ ਅੰਤਰ ਜਾਮੀ, ਜਿਉਂ ਪ੍ਰੇਰੇ ਤਿਉਂ ਕਰਨਾ। ਬਈ ਜਿਵੇਂ ਉਹ ਪ੍ਰੇਰਦਾ ਉਵੇਂ ਕਰਦੇ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਬਈ ਇਹ ਸਾਰਾ ਮੇਰਾ ਆਪਣਾ ਹੀ ਖੇਲ ਹੈ। ਮੈਂ ਸਭ ਦੇ ਅੰਦਰ ਵੀ ਹਾਂ ਅਤੇ ਇਹ ਬਾਹਰ ਵੀ ਚਾਰ ਚੁਫੇਰੇ ਮਹਿਆਂ ਮੌਜੂਦ। ਜਿੰਨੇ ਵੀ ਇਹ ਘੱਟ ਸਰੀਰ ਨੇ ਸਾਰੇ ਮਾਲਕ ਕਹਿੰਦੇ ਮੇਰੀ ਨੇ। ਇਹ ਮੈਂ ਆਪਣੇ ਰਹਿਣ ਵਾਸਤੇ ਮਕਾਨ ਬਣਾਏ ਹੋਏ ਨੇ, ਘਰ ਬਣਾਏ। ਸਭਨਾਂ ਦੇ ਅੰਦਰ ਮਹਿਆਂ ਵਸਦਾ। ਰਮਾਉਂਦੇ ਸਭ ਘਟ ਮੇਰੇ, ਔਰ ਸਭਨਾ ਅੰਦਰ। ਬਈ ਜਿੰਨੇ ਵੀ ਘਟ ਨੇ ਇਹ ਸਾਰੇ ਮੇਰੇ ਹੀ ਨੇ ਅਤੇ ਮੈਂ ਸਭਨਾਂ ਦੇ ਅੰਦਰ ਬੈਠਾ। ਉਹਨੇ ਮੇਰਾ ਆਪਣਾ ਖੇਲ ਹੈ। ਬਈ ਜਿਹਨੂੰ ਮੈਂ ਅੰਦਰ ਬੈਠਾ ਰਸਤਾ ਭੁਲਾ ਦਿਆਂ, ਜਿਹਨੂੰ ਮੈਂ ਆਪਣਾ ਆਪਾ ਭੁਲਾ ਦਿਆਂ, ਉਹਨੂੰ ਕੋਈ ਜਣਾ ਨਹੀਂ ਸਕਦਾ। ਜਿਹਨੂੰ ਮੈਂ ਅੰਦਰ ਬੈਠਾ ਹੀ ਜਣਾ ਦਿਆਂ ਆਪਣਾ ਆਪਾ, ਇਹ ਉਹਨੂੰ ਵੀ ਕੋਈ ਭੁਲਾ ਨਹੀਂ ਸਕਦਾ। ਮਹਾਰਾਜ ਕਹਿੰਦੇ ਵੀ ਜਿਹਨੂੰ ਮੈਂ ਭੁਲਾਇਆ, ਭੁਲਾਇਆ ਮੈਂ ਇਸ ਕਰਕੇ ਵੀ ਇਹ ਖੇਲ ਹੈ। ਬਈ ਮੈਂ ਦੇਖਣਾ ਚਾਹੁੰਦਾ ਮੇਰੇ ਬੱਚੇ ਦਾ ਮੇਰੇ ਨਾਲ ਕਿੰਨਾ ਕੁ ਪਿਆਰ, ਮੈਨੂੰ ਕਿਵੇਂ ਲੱਭਦਾ, ਮੇਰੇ ਵਿਛੋੜੇ ਦਾ ਕਿੰਨਾ ਕੁ ਦੁੱਖ ਮਹਿਸੂਸ ਕਰਦਾ। ਵੀ ਇਸ ਕਰਕੇ ਮੈਂ ਦੇਖਣਾ ਚਾਹੁੰਦਾ। ਹੁਣ ਇਸ ਲਈ ਆਪਾਂ ਨੂੰ ਕਹਿੰਦੇ ਵੀ ਖੇਲ ਸਾਰਾ ਮੇਰਾ ਹੀ ਹੈ। ਸਭ ਘਟ ਮੇਰੇ ਔਰ ਸਭਨਾ ਅੰਦਰ, ਜਿਸੇ ਖਵਾਈ ਤਿਸ ਕੌਣ ਕਹੇ, ਜਿਸੇ ਦਖਾਲਾ ਵਾਟੜੀ ਤਿਸੇ ਭੁਲਾਵੇ ਕੌਣ।
ਜਿਸੇ ਭੁਲਾਈ ਪੰਧ ਸਿਰ ਤਿਸੇ ਜਨਾਵੇ ਕੌਣ। ਮਹਾਰਾਜ ਕਹਿੰਦੇ ਵੀ ਜਿਹਨੂੰ ਮੈਂ ਅੰਦਰ ਬੈਠਾ ਹੀ ਭੁਲਾ ਦਿਆਂ ਉਹਨੂੰ ਕੋਈ ਵੀ ਨਹੀਂ ਜਣਾ ਸਕਦਾ। ਜਿਹਨੂੰ ਮੈਂ ਜਣਾ ਦਿਆਂ ਉਹਨੂੰ ਵੀ ਕੋਈ ਭੁਲਾ ਨਹੀਂ ਸਕਦਾ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਇਹ ਸਾਰਾ ਖੇਲ ਮੇਰਾ ਆਪਣਾ ਹੀ ਹੈ। ਵੀ ਜੇ ਕਿਸੇ ਦੇ ਵਿੱਚ ਔਗਣ ਨੇ ਉਹ ਵੀ ਮਾਲਕ ਨਹੀਂ ਦਿੱਤੇ, ਜੇ ਕਿਸੇ 'ਚ ਗੁਣ ਨੇ ਉਹ ਵੀ ਮਾਲਕ ਨਹੀਂ ਦਿੱਤੇ ਹੋਏ। ਇਹ ਗੁਣਾਂ ਤੇ ਔਗਣਾਂ ਦਾ ਫੈਸਲਾ ਕਰਨ ਵਾਲਾ ਉਹ ਸਭ ਨੂੰ ਦੇਖ ਰਿਹਾ, ਸਭ ਦੇ ਅੰਦਰ ਬੈਠੇ, ਅੰਦਰੋਂ ਵੀ ਦੇਖਦਾ, ਬਾਹਰੋਂ ਵੀ ਦੇਖਦਾ। ਮਹਾਰਾਜ ਤੋਂ ਅਸੀਂ ਕੁਝ ਵੀ ਛੁਪਾ ਨਹੀਂ ਸਕਦੇ। ਅੱਗੋਂ ਦੇਖੇ ਪਿੱਛੋਂ ਦੇਖੇ ਤੇ ਇਸ ਦੀ ਗਾਹਾਂ ਛੁਪਾਵੇ। ਬਈ ਉਹ ਸਾਨੂੰ ਅੱਗਿਓਂ ਪਿੱਛਿਓਂ ਚਾਰ ਛਪੇਰਿਓਂ ਅੰਦਰੋਂ ਬਾਹਰੋਂ ਹਰ ਥਾਂ ਤੋਂ ਦੇਖਦਾ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਬਈ ਮਾਲਕ ਸਾਤੋਂ ਕੋਈ ਦੂਰ ਨਹੀਂ ਹੈ। ਸਾਡੇ ਅੰਦਰ ਵੀ ਹੈ ਤੇ ਬਾਹਰ ਵੀ। ਐਸੀ ਕੋਈ ਥਾਂ ਨਹੀਂ ਜਿੱਥੇ ਉਹ ਨਾ ਹੋਵੇ। ਹੁਣ ਆਪਾਂ ਨੂੰ ਫਿਰ ਗੁਰਬਾਣੀ ਗੁਰੂ ਵਿੱਚ ਵਾਰ-ਵਾਰ ਇਹ ਖੇਲ ਸਮਝਾਇਆ ਗਿਆ, ਬ੍ਰਹਮ ਦਾ ਭੇਦ ਦਿੱਤਾ ਗਿਆ ਵੀ ਕਿਵੇਂ ਇਹ ਸਾਰਾ ਬ੍ਰਹਮ ਤੋਂ ਪਸਾਰਾ ਹੋਇਆ। ਜਿਸ ਨੂੰ ਮਹਾਰਾਜ ਕਹਿੰਦੇ ਬ੍ਰਹਮੋਂ ਪਸਾਰਾ, ਬ੍ਰਹਮ ਪਸਰਿਆ ਸਭ ਬ੍ਰਹਮ ਦ੍ਰਿਸ਼ਟੀ ਆਏ। ਵੀ ਸਾਰੇ ਬ੍ਰਹਮ ਹੀ ਬ੍ਰਹਮ ਹੈ, ਮਾਲਕ ਦਾ ਹੀ ਆਪਣਾ ਇਹ ਸਾਰਾ ਖੇਲ ਸ਼ੁਰੂ ਕੀਤਾ ਹੈ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਬ੍ਰਹਮ ਦੇ ਗਿਆਨ ਦੇ ਵਿੱਚ ਸਾਰੀ ਗੁਰਬਾਣੀ ਗੁਰੂ 1430 ਅੰਗ ਇਹ ਸਾਰਾ ਬ੍ਰਹਮ ਵਿਦਿਆ ਹੈ, ਬ੍ਰਹਮ ਦਾ ਗਿਆਨ। ਜੇ ਸਾਨੂੰ ਇਹ ਬ੍ਰਹਮ ਦਾ ਗਿਆਨ ਹੋ ਜਾਏਗਾ, ਇਹਦੇ ਨਾਲ ਸਾਡਾ ਮਨ ਹੈ ਜਿਹੜਾ ਉਹ ਸਹਿਜ ਵਿੱਚ ਆ ਜਾਂਦਾ। ਸਾਡੇ ਅੰਦਰ ਠਹਿਰਾਓ ਆ ਜਾਂਦਾ। ਸਾਡਾ ਜਿਹੜਾ ਮਨ ਭੱਜਾ ਫਿਰਦਾ ਵਿਚਾਰਾਂ 'ਚ, ਫਰਨਿਆਂ 'ਚ, ਚਿੰਤਾ ਫਿਕਰਾਂ ਦੇ ਵਿੱਚ, ਇਹ ਸਾਡਾ ਮਨ ਰੁਕ ਜਾਂਦਾ ਹੈ ਫਿਰ। ਸੋ ਇਸ ਵਾਸਤੇ ਫਿਰ ਮਹਾਰਾਜ ਸਮਝਾਉਂਦੇ ਕਬੀਰ ਮਨ ਸੀਤਲ ਭਇਆ ਪਾਇਆ ਬ੍ਰਹਮ ਗਿਆਨ। ਬਈ ਜਦੋਂ ਇਹ ਬ੍ਰਹਮ ਦਾ ਗਿਆਨ ਹੋ ਗਿਆ ਅਤੇ ਮਨ ਸੀ ਜਿਹੜਾ ਉਹ ਸੀਤਲ ਹੋ ਗਿਆ, ਮਨ ਠੰਡਾ ਹੋ ਗਿਆ। ਹੁਣ ਜੇ ਅੱਜ ਸਾਡੇ ਮਨ ਅਸ਼ਾਂਤ ਨੇ, ਜੇ ਸਾਡੇ ਮਨ ਦੁਖੀ ਨੇ, ਇਹਦਾ ਕਾਰਨ ਸਾਨੂੰ ਗੁਰੂ ਨਾਨਕ ਦਾ ਘਰ ਹੀ ਉਹ ਸਮਝਾਉਂਦਾ ਹੈ ਬਈ ਜੋ ਅਸੀਂ ਫਿਰ ਗਿਆਨ ਲੈਣਾ ਸੀ ਉਹ ਅਸੀਂ ਗਿਆਨ ਲਿਆ ਨਹੀਂ। ਬਈ ਜੋ ਗਿਆਨ ਸਾਨੂੰ ਸਤਿਗੁਰੂ ਦੇ ਰਹੇ, ਸਾਨੂੰ ਸਮਝਾਉਣਾ ਚਾਹੁੰਦੇ, ਅਸੀਂ ਸਮਝੇ ਨਾ। ਸਮਝਣ ਕਰਕੇ ਹੀ ਅਸੀਂ ਦੁਖੀ। ਦੁੱਖ ਦਾ ਕਾਰਨ ਕੀ ਹੈ? ਸਾਡੀ ਆਪਣੀ ਮੱਤ, ਸਾਡੀ ਸੋਚ, ਸਾਡੀ ਸਿਆਣਪ, ਇਹੋ ਸਾਡੇ ਵਾਸਤੇ ਦੁੱਖ ਦਾ ਕਾਰਨ ਬਣੀ ਹੋਈ ਹੈ। ਹੁਣ ਮਹਾਰਾਜ ਸਾਨੂੰ ਸਮਝਾਉਂਦੇ ਵੀ ਜੇ ਅਸੀਂ ਬ੍ਰਹਮ ਦਾ ਗਿਆਨ ਲੈਣਾ ਚਾਹੁੰਦੇ ਹਾਂ ਫਿਰ ਸਾਨੂੰ ਇਹ ਆਪਦੀ ਮੱਤ ਛੱਡਣੀ ਪਏਗੀ। ਫਿਰ ਸਾਨੂੰ ਇਹ ਬ੍ਰਹਮ ਦਾ ਗਿਆਨ ਹੋਣਾ, ਨਹੀਂ ਤਾਂ ਸਾਨੂੰ ਇਹ ਗਿਆਨ ਵੀ ਨਹੀਂ ਹੋਣਾ। ਮਹਾਰਾਜ ਇਸ ਲਈ ਫਰਮਾਉਂਦੇ ਮਨ ਕੀ ਮੱਤ ਤੇ ਆਗੋ ਹਰ ਜਨ ਇਹਾਂ ਬਾਤ ਕਿਠੈਨੀ ਆਨ ਦਿਨ ਹਰ ਹਰ ਨਾਮ ਤੇ ਆਵੋ ਗੁਰ ਸਤਿਗੁਰ ਕੀ ਮੱਤ ਲੈਣੀ। ਬਈ ਜੇ ਹੁਣ ਅਸੀਂ ਚਾਹੁੰਦੇ ਹਾਂ ਸਤਿਗੁਰ ਦੀ ਮੱਤ ਲੈਣੀ, ਸਾਨੂੰ ਉਹਦੇ ਵਾਸਤੇ ਸਿਮਰਨ ਕਰਨਾ ਪੈਂਦਾ, ਅਤੇ ਸਿਮਰਨ ਕਰਨਾ ਆਪਦੀ ਮੱਤ ਨੂੰ ਛੱਡਣ ਵਾਸਤੇ। ਬਈ ਜਿਹੜੀ ਸਾਡੀ ਮੱਤ ਸਾਨੂੰ ਦੁੱਖਾਂ ਦੇ ਵਿੱਚ ਰੱਖਦੀ ਹੈ, ਸਾਡੀ ਇਹ ਮੱਤ ਖਤਮ ਹੋ ਜਾਏ, ਸਾਡੀ ਸੋਚ ਖਤਮ ਹੋ ਜਾਏ,
ਜੇ ਹੁਣ ਅਸੀਂ ਸਿਮਰਨ ਵੀ ਕਰਦੇ ਇਹ ਆਪਦੀ ਮੱਤ ਵੀ ਵਰਤਦੇ ਹਾਂ, ਅਤੇ ਫਿਰ ਅਸੀਂ ਦੁਖੀ ਹੀ ਰਹਿਣਾ, ਫਿਰ ਅਸੀਂ ਹੋਰ ਕੋਈ ਨਾ ਕੋਈ ਦੁੱਖ ਪੈਦਾ ਕਰੀ ਜਾਣਾ। ਕਿਉਂਕਿ ਵਿਚਾਰਾਂ ਦੇ ਵਿੱਚ ਦੁੱਖ ਹੈ, ਆਪਦੀ ਮੱਤ ਦੇ ਵਿੱਚ ਦੁੱਖ ਹੈ, ਫਿਰ ਅੱਗੇ ਦੀ ਅੱਗੇ ਚਿੰਤਾ, ਫਿਕਰ, ਸੈਂਸੇ ਉਹ ਗਾਂਧੀ ਵਿਚਾਰ ਵੱਧਦੀ ਜਾਂਦੇ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਬਈ ਜੇ ਅਸੀਂ ਚਾਹੁੰਦੇ ਹਾਂ ਵੀ ਸਾਡੇ ਮਨ ਨੂੰ ਸ਼ਾਂਤੀ ਆਵੇ, ਸਾਨੂੰ ਸੁੱਖ ਮਿਲੇ, ਉਹਦੇ ਵਾਸਤੇ ਫਿਰ ਸਾਨੂੰ ਸਿਮਰਨ ਕਰਕੇ ਆਪਦੀ ਮੱਤ ਨੂੰ ਛੱਡਣਾ ਪੈਣਾ। ਜਦੋਂ ਅਸੀਂ ਆਪਦੀ ਮੱਤ ਨੂੰ ਛੱਡ ਦਿਆਂਗੇ ਫਿਰ ਅਸੀਂ ਗੁਰੂ ਅਤੇ ਸਤਿਗੁਰ ਦੀ ਮੱਤ ਦੁਆਰਾ ਚੱਲਾਂਗੇ। ਜਦੋਂ ਅਸੀਂ ਸਤਿਗੁਰ ਦੀ ਮੱਤ ਦੁਆਰਾ ਚੱਲਾਂਗੇ ਫਿਰ ਸਾਡਾ ਮਨ ਦੁਖੀ ਨਹੀਂ ਹੋਏਗਾ, ਫਿਰ ਇਹ ਸਹਿਜ ਸੁਭਾਅ ਚੱਲਦਾ, ਫਿਰ ਇਹ ਸਹਿਜ ਵਿੱਚ ਆ ਜਾਂਦਾ। ਫਿਰ ਇਹਨੂੰ ਜੋ ਵੀ ਮਾਲਕ ਕਰਦਾ ਉਹੀ ਉਹਦਾ ਕੀਤਾ ਹੋਇਆ ਇਹਨੂੰ ਭਾਉਂਦਾ, ਫਿਰ ਇਹਨੂੰ ਪਿਆਰਾ ਲੱਗਦਾ, ਫਿਰ ਇਹ ਰੋਸ ਨਹੀਂ ਕਰਦਾ। ਰੋਸ ਉਦੋਂ ਹੈ ਜਦੋਂ ਆਪਦੀ ਮੱਤ ਹੈ, ਫਿਰ ਅਸੀਂ ਨਿੱਕੀ ਨਿੱਕੀ ਗੱਲ 'ਤੇ ਰੋਸ ਕਰਦੇ ਬਈ ਜਿਵੇਂ ਅਸੀਂ ਸੋਚਿਆ ਸੀ ਉਵੇਂ ਹੋਇਆ ਕਾਹਤੋਂ, ਫਿਰ ਅਸੀਂ ਦੁੱਖ ਪੈਦਾ ਕਰ ਲਾਂਗੇ। ਮਹਾਰਾਜ ਸਾਨੂੰ ਸਮਝਾਉਂਦੇ ਵੀ ਜੇ ਅਸੀਂ ਸੁਖੀ ਹੋਣਾ ਇਹ ਫਿਰ ਸਾਨੂੰ ਇਹ ਆਪਦੀ ਮੱਤ ਛੱਡਣੀ ਪੈਣੀ, ਸਾਨੂੰ ਕਿੰਤੂ ਪਰੰਤੂ ਛੱਡਣਾ ਪੈਣਾ। ਬਈ ਜੋ ਅਸੀਂ ਸੋਚਦੇ ਉਵੇਂ ਨਹੀਂ ਹੁੰਦਾ, ਜੋ ਅਸੀਂ ਸੋਚ ਰਹੇ ਹਾਂ ਕਈ ਵਾਰੀ ਚਲੋ ਹੋ ਵੀ ਜਾਏਗਾ, ਕਈ ਵਾਰੀ ਨਹੀਂ ਵੀ ਹੋਏਗਾ। ਬਈ ਜਿਵੇਂ ਅਸੀਂ ਕੋਈ ਚੀਜ਼ ਮੰਗਦੇ ਹਾਂ ਕਈ ਵਾਰੀ ਮਿਲ ਵੀ ਜਾਂਦੀ, ਕਈ ਵਾਰੀ ਨਹੀਂ ਵੀ ਮਿਲਦੀ। ਹੁਣ ਜੇ ਅਸੀਂ ਆਖੀਏ ਵੀ ਹਰ ਵਾਰ ਸਾਡਾ ਆਖਿਆ ਹੋਇਆ ਉਵੇਂ ਹੀ ਹੋਵੇ, ਬਈ ਜਿਵੇਂ ਅਸੀਂ ਸੋਚਦੇ ਹਾਂ ਉਵੇਂ ਹੀ ਚੱਲੇ, ਫਿਰ ਤਾਂ ਅਸੀਂ ਦੁੱਖ ਪੈਦਾ ਕਰ ਹੀ ਲਵਾਂਗੇ। ਕਿਉਂਕਿ ਸਾਡੀ ਸੋਚ ਦੁਆਰਾ ਨਹੀਂ ਹੁੰਦਾ, ਹੋਣਾ ਉਹੀ ਹੋਗਾ ਜੋ ਮਾਲਕ ਨੇ ਕਰਨਾ। ਹੁਣ ਆਪਾਂ ਨੂੰ ਫਿਰ ਇਸੇ ਪਰਥਾਈ ਕਹਿੰਦੇ ਵੀ ਤੁਸੀਂ ਮਾਲਕ ਦੀ ਰਜ਼ਾ ਦੇ ਵਿੱਚ ਆ। ਜੇ ਅਸੀਂ ਸੁਖੀ ਹੋਣਾ ਨਾ ਫਿਰ ਸਾਨੂੰ ਉਹਦੀ ਰਜ਼ਾ ਦੇ ਵਿੱਚ ਰਾਜੀ ਹੋਣਾ ਪੈਣਾ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਜੇ ਅਸੀਂ ਉਹਦੀ ਰਜ਼ਾ ਵਿੱਚ ਰਵਾਂਗੇ ਫਿਰ ਸਾਨੂੰ ਕੋਈ ਦੁੱਖ ਨਹੀਂ ਹੁੰਦਾ। ਵੀ ਜਿਵੇਂ ਮਾਲਕ ਦਾ ਹੁਕਮ ਹੈ ਉਵੇਂ ਹੋਣਾ, ਅਤੇ ਜਿੱਥੇ ਉਹਨੇ ਰੱਖਣਾ, ਜਿੱਥੇ ਉਹਨੇ ਲੈ ਕੇ ਜਾਣਾ ਉੱਥੇ ਹੀ ਜਾਵਾਂਗੇ। ਮਹਾਰਾਜ ਇਸੇ ਵਰਤਾਏ ਫਰਮਾਉਂਦੇ ਜਿਉਂ ਜਿਉਂ ਤੇਰਾ ਹੁਕਮ ਤੇਵੇਂ ਤਿਉਂ ਹੋਵਣ, ਜੈ ਜੈ ਰਾਖੇ ਆਪ ਤਹਿ ਜਾਏ ਖੜੋਵਣ। ਬਈ ਇਹ ਫਿਰ ਗੁਰਮੁਖ ਦੇ ਮਨ ਦੀ ਅਵਸਥਾ ਹੈ, ਜਿਹੜਾ ਸਹਿਜ ਵਿੱਚ ਆ ਗਿਆ ਉਹਨੂੰ ਫਿਰ ਮਾਲਕ ਦਾ ਕੀਤਾ ਹੋਇਆ ਸਾਰਾ ਕੁਛ ਹੀ ਪਿਆਰਾ ਲੱਗਦਾ। ਉਹਨੂੰ ਭੇਦ ਹੈ ਵੀ ਮਾਲਕ ਦੀ ਰਜ਼ਾ ਤੋਂ ਬਿਨਾਂ, ਮਾਲਕ ਦੀ ਮਰਜ਼ੀ ਤੋਂ ਬਿਨਾਂ ਕੁਛ ਹੁੰਦਾ ਤਾਂ ਹੈ ਨਹੀਂ, ਅਤੇ ਜੋ ਮਾਲਕ ਕਰਦਾ ਉਹੀ ਸਾਡੇ ਵਾਸਤੇ ਭਲਾ ਹੈ। ਇਹੋ ਫਿਰ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਸਤਿਗੁਰੂ ਸਮੱਤ ਦਿੰਦੇ ਨੇ। ਮਹਾਰਾਜ ਕਹਿੰਦੇ ਜੋ ਪ੍ਰਭ ਕੀਨੋ ਸੋਈ ਭਲ ਮਾਨਿਓ, ਇਹ ਸਮੱਤ ਸਾਧੂ ਦੇ ਪਾਈ। ਸਾਧੂ ਜਨ ਆਪਾਂ ਨੂੰ ਇਹੋ ਸਮਝਾਉਂਦੇ ਵੀ ਜੋ ਮਾਲਕ ਕਰਦਾ ਉਹਨੂੰ ਭਲਾ ਭਲਾ ਕਰਕੇ ਮੰਨਣਾ, ਉਹਦੀ ਰਜ਼ਾ ਦੇ ਵਿੱਚ ਰਾਜੀ ਰਹਿਣਾ, ਰੋਸ ਨਹੀਂ ਕਰਨਾ। ਜੇ ਰੋਸ ਕਰਾਂਗੇ ਤੇ ਦੁਖੀ ਹੋਵਾਂਗੇ, ਤੇ ਰੋਸ ਨਹੀਂ ਕਰਨਾ ਉਹੀ ਸਿਮਰਨ ਕਰ। ਮਹਾਰਾਜ ਕਹਿੰਦੇ ਮੇਰੇ ਮਨ ਕਾਹੇ ਰੋਸ ਕਰੀਜੈ, ਲਾਹਾ ਕਲ ਜੁਗ ਰਾਮ ਨਾਮ ਹੈ, ਗੁਰਮਤਿ ਅੰਦਨ ਹਿਰਦੇ ਵਿੱਚ। ਬਈ ਰੋਸ ਨਾ ਕਰ, ਲਾਹਾ ਇਹ ਹੈ ਤੂੰ ਉਹੀਓ ਸਿਮਰਨ ਕਰ, ਉਹਦੀ ਰਜ਼ਾ ਦੇ ਵਿੱਚ।
ਹੁਣ ਜਦੋਂ ਅਸੀਂ ਇਹ ਅਭਿਆਸ ਕਰਦੇ, ਸਿਮਰਨ ਕਰਦੇ, ਸਿਮਰਨ ਇਸੇ ਵਾਸਤੇ ਕਰਨਾ ਵੀ ਤਾਂ ਕਿ ਸਾਡੀ ਮੱਤ ਖਤਮ ਹੋ ਜੇ, ਸਾਡੀ ਸੋਚ ਖਤਮ ਹੋ ਜੇ। ਜੇ ਹੁਣ ਅਸੀਂ ਸਿਮਰਨ ਵੀ ਕਰਦੇ ਤੇ ਆਪਦੀ ਸੋਚ, ਆਪਦੀ ਮੱਤ ਵੀ ਨਹੀਂ ਛੱਡਦੇ, ਫਿਰ ਜੀਵ ਸੰਸਾਰ ਦੇ ਵਿੱਚ ਨਾ ਭੇਦ ਹੋਣ ਕਰਕੇ, ਨਾ ਗੁਰੂ ਦੀ ਮੱਤ ਲੈਣ ਕਰਕੇ, ਉਹ ਜਦੋਂ ਸਿਮਰਨ ਵੀ ਕਰਦਾ ਵਿੱਚ ਕੋਈ ਨਾ ਕੋਈ ਉਹ ਦੁਨਿਆਵੀ ਇੱਛਾ ਰੱਖ ਲੈਂਦਾ ਵੀ ਮੇਰੀ ਆਹ ਮੰਗ ਪੂਰੀ ਹੋਣੀ ਚਾਹੀਦੀ। ਹੁਣ ਇਹ ਜਿਹੜਾ ਮੰਗ ਵਾਲਾ ਪਿਆਰ ਹੈ, ਸਵਾਰਥ ਵਾਲਾ, ਇਹ ਬਹੁਤਾ ਲੰਮਾ ਸਮਾਂ ਨਹੀਂ ਚੱਲਦਾ। ਜੇ ਤਾਂ ਸਵਾਰਥ ਪੂਰਾ ਹੋ ਜੇ, ਫਿਰ ਗਾਂਹ ਹੋਰ ਸਵਾਰਥ ਪੈਦਾ ਹੋ ਜਾਂਦਾ ਵੀ ਆਹ ਮੰਗ ਪੂਰੀ ਹੋ ਗਈ, ਫਿਰ ਅੱਗੇ ਗਾਂਹ ਆਸ਼ਾ ਅਭਿਲਾਸ਼ਾ ਤ੍ਰਿਸ਼ਨਾ ਹੋਰ ਵੱਧ ਜਾਣੀ, ਫਿਰ ਹੋਰ ਮੰਗ ਗਾਂਹ ਵੀ ਆਹ ਵੀ ਪੂਰੀ ਹੋ ਜੇ। ਜੇ ਉਹ ਪੂਰੀ ਨਾ ਹੋਈ ਤਾਂ ਫਿਰ ਟੁੱਟ ਜਾਣਾ। ਇਸ ਵਾਸਤੇ ਫਿਰ ਮਹਾਰਾਜ ਸਮਝਾਉਂਦੇ ਵੀ ਇੱਕ ਇਹ ਵੀ ਪਿਆਰ ਹੈ ਜਿਹਦੇ ਵਿੱਚ ਸੰਸਾਰ ਦੀਆਂ ਮੰਗਾਂ ਹੁੰਦੀਆਂ, ਇਹਨੂੰ ਝੂਠਾ ਪਿਆਰ ਕਹਿੰਦੇ, ਇਹਨੂੰ ਮਾਇਆ ਦਾ ਪਿਆਰ ਕਹਿੰਦੇ, ਇਹਨੂੰ ਮਿਥਿਆ ਹੋਇਆ ਕਹਿੰਦੇ, ਇਹਨੂੰ ਕੂੜ ਕਹਿੰਦੇ। ਵੀ ਇਹਦੇ ਵਿੱਚ ਕਿਸੇ ਨਾ ਕਿਸੇ ਮੰਗ ਦੇ ਵਿੱਚ ਹੀ ਮਨ ਜਿਹੜਾ ਉਹ ਹਰ ਸਮੇਂ ਰਹਿੰਦਾ ਵੀ ਮੇਰੀ ਆਹ ਮੰਗ ਇਹ ਪੂਰੀ ਹੋਣੀ ਚਾਹੀਦੀ। ਹੁਣ ਜੇ ਤਾਂ ਉਹ ਮੰਗ ਪੂਰੀ ਹੁੰਦੀ ਹੈ ਫਿਰ ਤਾਂ ਪਿਆਰ ਹੈ, ਜੇ ਨਹੀਂ ਹੁੰਦੀ ਉਹਦੇ ਖਿਲਾਫ ਹੋ ਜਾਂਦਾ, ਉਹਦੀ ਨਿੰਦਿਆ ਕਰਨੀ ਸ਼ੁਰੂ ਕਰ ਦਿੰਦਾ। ਇਹਨੂੰ ਫਿਰ ਗੁਰਬਾਣੀ ਗੁਰੂ 'ਚ ਕਹਿੰਦੇ ਮਨਮੁਖਾਂ ਦਾ ਪਿਆਰ, ਮਨਮੁਖਾਂ ਦੀ ਦੋਸਤੀ। ਬਈ ਕਦੋਂ ਤੱਕ ਨਿਭਦੀ? ਜਦ ਤੱਕ ਸੰਸਾਰ ਦੇ ਵਿੱਚ ਸਵਾਰਥ, ਜਦ ਤੱਕ ਲੈਣ ਦੇਣ ਕਰਦੇ। ਜਿੱਦਣ ਨਹੀਂ ਸਵਾਰਥ ਪੂਰਾ ਹੁੰਦਾ ਉਦਣ ਹੀ ਉਹਦੇ ਖਿਲਾਫ, ਉਹਦੀ ਉਲਟ ਹੋ ਜਾਣਗੇ। ਮਹਾਰਾਜ ਇਸ ਵਰਤਾਏ ਫਰਮਾਉਂਦੇ ਮਨਮੁਖਾਂ ਤੇਰੀ ਦੋਸਤੀ, ਮਾਇਆ ਕਾ ਸੰਬੰਧ, ਦੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਇਣ ਬੰਦ। ਜੇ ਚਿਰ ਬੈਨਣ ਖਾਵਣੇ ਤੇ ਚਿਰ ਰੱਖਣ ਗੰਢ, ਜਿਤ ਦਿਨ ਕਿਛ ਨਾ ਹੋਵੇ ਤਿਤ ਦਿਨ ਬੋਲਣ ਗੰਦ। ਵੀ ਇਹ ਵੀ ਪਿਆਰ ਹੈ ਸਵਾਰਥ ਵਾਲਾ, ਵੀ ਸਵਾਰਥ ਹੈ ਤੇ ਪਿਆਰ ਹੈ, ਨਹੀਂ ਤਾਂ ਉਹਦੇ ਖਿਲਾਫ ਹੋ ਜਾਣਾ, ਉਹਦੀ ਉਲਟ ਹੋ ਜਾਣਾ। ਹੁਣ ਮਾਰੇ ਕਹਿੰਦੇ ਵੀ ਇੱਦਾਂ ਦਾ ਜਿਹੜਾ ਪਿਆਰ ਵੀ ਇਹ ਬਾਹਲਾ ਲੰਮਾ ਸਮਾਂ ਨਹੀਂ ਚੱਲਦਾ, ਨਿਭਦਾ ਨਹੀਂ। ਬਈ ਮਨਮੁਖਾਂ ਦਾ ਜਿਹੜਾ ਪਿਆਰ, ਮਨਮੁਖਾਂ ਦੀ ਦੋਸਤੀ, ਬਈ ਇਹ ਥੋੜ੍ਹੇ ਸਮੇਂ ਲਈ ਹੁੰਦੀ। ਮਾਰੇ ਕਹਿੰਦੇ ਮਨਮੁਖ ਸੇਤੀ ਦੋਸਤੀ, ਥੋੜੜਿਆਂ ਦਿਨ ਚਾਰ, ਐਤ ਪ੍ਰੀਤੀ ਟੁੱਟਦੀ ਬਿਲਮ ਨਾ ਹੋਵੇ, ਐਤ ਦੋਸਤੀ ਚੱਲਣ ਬੇਕਾਰ। ਸਤਿਗੁਰੂ ਕਹਿੰਦੇ ਵੀ ਇਹ ਮਨਮੁਖਾਂ ਦਾ ਪਿਆਰ ਟੁੱਟਣ ਲੱਗੇ ਦੇਰੀ ਨਹੀਂ ਲੱਗਦੀ, ਸਮਾਂ ਨਹੀਂ ਲੱਗਦਾ। ਬਈ ਕਿੰਨਾ ਸਮਾਂ ਨਿਭਦਾ? ਕਹਿੰਦੇ ਥੋੜ੍ਹੇ ਦਿਨ, 4 ਦਿਨ। ਬਈ ਉਹ ਦੋਸਤੀ ਪਿਆਰ ਹੈ ਜਦ ਤੱਕ ਸਵਾਰਥ, ਜਦੋਂ ਦੇਖਿਆ ਨਹੀਂ ਸਵਾਰਥ ਪੂਰਾ ਹੁੰਦਾ ਉਹ ਟੁੱਟ ਜਾਂਦਾ। ਫਿਰ ਮਹਾਰਾਜ ਕਹਿੰਦੇ ਉਹਨਾਂ ਦੀ ਦੋਸਤੀ ਦੇ ਨਾਲ ਜੀਵ ਦੇ ਅੰਦਰ ਵਕਾਰ ਚੱਲਦੇ, ਕਿਉਂਕਿ ਉਹਨਾਂ ਦੇ ਅੰਦਰ ਵੈਰ ਵਿਰੋਧ ਹੁੰਦਾ, ਈਰਖਾ ਹੁੰਦੀ, ਨਫ਼ਰਤ ਹੁੰਦੀ। ਫਿਰ ਉਹ ਵਿਚਾਰ ਹੋਰ ਵੱਧ ਜਾਣਗੇ, ਫੁਰਨੇ ਹੋਰ ਵੱਧ ਜਾਣਗੇ। ਸੋ ਇਸ ਵਾਸਤੇ ਫਿਰ ਸਤਿਗੁਰੂ ਕਹਿੰਦੇ ਵੀ ਇਹ ਵੀ ਪਿਆਰ ਹੈ ਵੀ ਜਿਹੜਾ ਮਨਮੁਖਾਂ ਦਾ, ਸਵਾਰਥ ਵਾਲਾ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਆਪਾਂ ਜਦੋਂ ਇਸ ਮਾਰਗ ਦੇ ਉੱਤੇ ਚੱਲਦੇ, ਲੈਵ ਦੇ ਰਸਤੇ 'ਤੇ, ਮਾਲਕ ਨੂੰ ਮਿਲਾਪ ਦੇ ਰਸਤੇ 'ਤੇ, ਬ੍ਰਹਮ ਦੇ ਗਿਆਨ ਦੇ ਵਿੱਚ ਗੁਰਮੁਖਾਂ ਨੇ ਕੋਈ ਸਵਾਰਥ ਨਹੀਂ ਰੱਖੇ।
ਸੰਸਾਰ ਦਾ ਬਿਲਕੁਲ ਵੀ ਉਹਨਾਂ ਨੇ ਕੋਈ ਸਵਾਰਥ ਨਹੀਂ ਰੱਖਿਆ। ਉਹ ਮਾਲਕ ਦੀ ਰਜ਼ਾ ਦੇ ਵਿੱਚ ਚੱਲੇ ਬਈ ਬੇਸ਼ੱਕ ਸਾਨੂੰ ਰੁੱਖਾ ਭੋਜਨ ਮਿਲ ਜੇ, ਸਾਨੂੰ ਧਰਤੀ ਤੇ ਭੁੰਜੇ ਸੌਣਾ ਮਿਲ ਜੇ, ਪਰ ਸਾਡੀ ਜਿਹੜੀ ਪ੍ਰੀਤ ਹੈ ਤੇਰੇ ਨਾਲ ਬਣੀ ਰਵੇ, ਸਾਡਾ ਪਿਆਰ ਬਣਿਆ ਰਵੇ, ਤੇਰੇ ਨਾਲ ਪਿਆਰ ਨਾ ਟੁੱਟੇ। ਮਾਰੇ ਕਹਿੰਦੇ ਰੁੱਖੋ ਭੋਜਨ ਭੂਮ ਸੈਨ, ਸਖੀ ਬਿਰਿਆ ਸੰਗ ਸੂਖ ਬਿਹਾਤ। ਬਈ ਜੇ ਸਾਡਾ ਮਾਲਕ ਨਾਲ ਪਿਆਰ ਹੈ ਤੇ ਉਹਦੇ ਪਿਆਰ ਦੇ ਵਿੱਚ ਭੁੰਜੇ ਸੌਣਾ ਵੀ ਉਹਦੇ ਪਿਆਰ 'ਚ ਚੰਗਾ, ਉਹਦੇ ਪਿਆਰ ਦੇ ਵਿੱਚ ਰੁੱਖਾ ਭੋਜਨ ਮਿਲ ਜੇ ਉਹ ਤਾਂ ਵੀ ਚੰਗਾ। ਵੀ ਮਾਲਕ ਦੇ ਨਾਲ ਪ੍ਰੀਤ ਤਾਂ ਹੈ, ਪਿਆਰ ਤਾਂ ਹੈ। ਹੁਣ ਜਦੋਂ ਇਸ ਅਵਸਥਾ 'ਚ ਗੁਰਮੁਖ ਚੱਲੇ ਫਿਰ ਉਹਨਾਂ ਦਾ ਪਿਆਰ ਜਿਹੜਾ ਮਾਲਕ ਦੇ ਨਾਲ ਉਹ ਟੁੱਟਦਾ ਨਹੀਂ, ਉਹ ਆਖਰੀ ਸਵਾਸਾਂ ਤੱਕ, ਉਹ ਧੁਰ ਤੱਕ ਨਿਭ ਜਾਂਦਾ, ਕਿਉਂਕਿ ਉਹਦੇ ਵਿੱਚ ਕੋਈ ਸਵਾਰਥ ਨਹੀਂ। ਜਿਹੜਾ ਸਵਾਰਥ ਵਾਲਾ ਹੈ ਉਹ ਤਾਂ ਟੁੱਟਣਾ ਹੀ ਟੁੱਟਣਾ, ਕਿਉਂਕਿ ਉਹ ਬਾਹਲਾ ਲੰਮਾ ਸਮਾਂ ਚੱਲਣਾ ਹੀ ਨਹੀਂ ਹੈ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਇਹ ਬ੍ਰਹਮ ਦੇ ਗਿਆਨ ਦੇ ਵਿੱਚ ਸਮਝਾਉਂਦੇ ਬਈ ਤੁਸੀਂ ਇੰਨੇ ਸਵਾਰਥੀ ਨਾ ਬਣੋ, ਵੀ ਇੰਨੇ ਮਤਲਬੀ ਨਾ ਬਣੋ। ਬਈ ਅਸੀਂ ਸਵਾਰਥ ਵੀ ਕਾਹਦਾ ਕਰਦੇ ਹਾਂ, ਵੀ ਜਿਹੜਾ ਕਿ ਨਾਸਵਾਨ ਹੈ, ਜਿਹੜਾ ਕਿ ਮਿਥਿਆ ਹੋਇਆ, ਜਿਹੜਾ ਸਾਡੇ ਨਾਲ ਨਹੀਂ ਜਾਣਾ, ਇੱਥੋਂ ਅਸੀਂ ਕੁਝ ਲੈ ਕੇ ਨਹੀਂ ਜਾ ਸਕਦੇ। ਜਿਹੜਾ ਅਸੀਂ ਇੱਥੋਂ ਲੈ ਕੇ ਜਾ ਸਕਦੇ ਹਾਂ ਨਾਮ ਧਨ, ਉਹਦੇ ਨਾਲ ਅਸੀਂ ਜੁੜਦੇ ਨਹੀਂ, ਉਹ ਮੰਗਦੇ ਨਹੀਂ। ਜਿਹੜਾ ਨਾਸਵਾਨ ਮਿਥਿਆ ਹੋਇਆ, ਜਿਹੜਾ ਕੂੜ ਹੈ, ਉਹ ਨਹੀਂ ਮੰਗੀ ਜਾਂਦੇ। ਸੋ ਤਾਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਤਾਂ ਮਨ ਭੁੱਲਿਆ ਹੁੰਦਾ ਤ੍ਰੈ ਗੁਣਾਂ 'ਚ ਮਾਇਆ ਦੇ ਵਿੱਚ, ਉਦੋਂ ਤਾਂ ਇਹਦੇ ਅੰਦਰ ਹਰ ਸਮੇਂ ਕੋਈ ਨਾ ਕੋਈ ਮੰਗ ਰਹਿੰਦੀ ਰਹਿੰਦੀ, ਚਾਹੇ ਉਹ ਮੰਗ ਥੋੜ੍ਹੀ ਹੋਵੇ ਚਾਹੇ ਬਹੁਤੀ ਹੋਵੇ, ਹੁੰਦੀ ਇਹਦੀ ਮੰਗ ਹੀ ਹੈ ਵਿੱਚ ਕੋਈ। ਇਹ ਗੁਰਮਤਿ ਦੇ ਵਿੱਚ ਆਪਾਂ ਨੂੰ ਫਿਰ ਸਮਝਾਇਆ ਜਾਂਦਾ, ਜਦੋਂ ਆਪਾਂ ਸਤ ਸੰਗਤ ਦੇ ਵਿੱਚ ਆਉਂਦੇ ਹਾਂ, ਗੁਰੂ ਦੀ ਮੱਤ ਲੈਂਦੇ ਹਾਂ, ਫਿਰ ਸਤਿਗੁਰੂ ਆਪਾਂ ਨੂੰ ਸਮਝਾਉਂਦੇ ਵੀ ਜਿੰਨੀ ਸਾਨੂੰ ਲੋੜ ਹੈ, ਸਾਨੂੰ ਮੰਗਣ ਦੀ ਲੋੜ ਨਹੀਂ, ਉਹ ਸਾਨੂੰ ਬਿਨਾਂ ਮੰਗਿਆਂ ਤੋਂ ਹੀ ਦਿੰਦਾ। ਉਹ ਆਪਣਾ ਮਾਤਾ ਪਿਤਾ ਹੈ, ਉਹ ਬਿਨਾਂ ਬੋਲਿਆਂ ਤੋਂ ਹੀ ਜਾਣਦਾ ਵੀ ਮੇਰੇ ਬੱਚੇ ਨੂੰ ਕਿਹੜੀ ਚੀਜ਼ ਦੀ ਲੋੜ ਹੈ। ਸਮੇਂ ਸਮੇਂ ਮੁਤਾਬਕ ਉਹ ਸਾਡੀਆਂ ਸਾਰੀਆਂ ਲੋੜਾਂ ਪੂਰੀਆਂ ਕਰਦਾ, ਇਕੱਲੇ ਮਾਨਸ ਜਾਮੇ ਵਿੱਚ ਹੀ ਨਹੀਂ, ਹੋਰ ਸਾਰੀਆਂ ਜਿੰਨੀਆਂ 84 ਲੱਖ ਜੂਨ ਨੇ, ਸਭਨਾਂ ਦਾ ਕਰਤਾ ਮਾਲਕ ਆਪ ਹੈ ਤੇ ਉਹ ਸਭਨਾਂ ਨੂੰ ਦਿੰਦਾ ਹੈ, ਸਭਨਾਂ ਦੀ ਪਾਲਣਾ ਪੋਸ਼ਣਾ ਕਰਦਾ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਸਾਨੂੰ ਚਿੰਤਾ ਜਾਂ ਫਿਕਰ ਕਰਨ ਦੀ ਕੋਈ ਲੋੜ ਨਹੀਂ ਹੈ, ਚਿੰਤਾ ਜਿਹੜੀ ਉਹ ਮਾਲਕ ਨੂੰ ਹੈ। ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ, ਵੀ ਮਾਲਕ ਨੂੰ ਸਭਨਾਂ ਦੀ ਚਿੰਤਾ ਹੈ, ਸਾਰੇ ਉਹਦੇ ਬੱਚੇ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਜੇ ਅਸੀਂ ਚਿੰਤਾ ਕਰਾਂਗੇ, ਫਿਕਰ ਕਰਾਂਗੇ, ਇਹ ਸੈਂਸੇ ਫਿਕਰਾਂ ਦੀ, ਚਿੰਤਾਵਾਂ ਦੀ ਸਾਡੇ ਮਨ 'ਤੇ ਮੈਲ ਚੜ੍ਹ ਜੇਗੀ, ਫਿਰ ਅਸੀਂ ਹੋਰ ਦੁੱਖ ਪੈਦਾ ਕਰ ਲਾਂਗੇ, ਅੱਗੇ ਅਸੀਂ ਅਸ਼ਾਂਤ ਹੋ ਜਾਵਾਂਗੇ, ਦੁਖੀ ਹੋਵਾਂਗੇ। ਇਹਨੂੰ ਕਹਿੰਦੇ ਆਪਦੀ ਮੱਤ, ਕਿਉਂਕਿ ਜਿਵੇਂ ਅਸੀਂ ਸੋਚਦੇ ਹਾਂ, ਸਾਡੀ ਚਿੰਤਾ ਕੀਤੇ ਤੋਂ, ਸਾਡੇ ਫਿਕਰ ਕੀਤੇ ਤੋਂ ਹੋਣਾ ਤਾਂ ਕੁਛ ਵੀ ਨਹੀਂ, ਉਹਦੇ ਨਾਲ ਸਾਡਾ ਖੁਦ ਦਾ ਹੀ ਨੁਕਸਾਨ ਹੋਣਾ ਹੈ, ਹੋਰ ਸਵਰਨਾ ਕਿਸੇ ਦਾ ਨਹੀਂ। ਜੇ ਅਸੀਂ ਆਖੀਏ ਵੀ ਚਿੰਤਾ ਕਰਕੇ, ਫਿਕਰ ਕਰਕੇ ਅਸੀਂ ਕਿਸੇ ਦਾ ਸਵਾਰ ਦਾਂਗੇ ਕੁਛ, ਇਹਦਾ ਨਹੀਂ ਸਵਰਦਾ ਸਕਦਾ, ਇਹ ਤਾਂ ਵਿਗੜਦਾ ਹੀ। ਇਹ ਸੈਂਸੇ ਚਿੰਤਾ ਦੀ, ਫਿਕਰਾਂ ਦੀ ਸਾਡੇ ਮਨ 'ਤੇ ਮੈਲ ਚੜ੍ਹ ਜਾਂਦੀ, ਫਿਰ ਅਸੀਂ ਖੁਦ ਦੁਖੀ ਹੋਵਾਂਗੇ। ਜਦੋਂ ਆਪ ਹੀ ਦੁਖੀ ਹਾਂ ਫਿਰ ਅੱਗੇ ਕਿਸੇ ਨੂੰ ਸੁੱਖ ਕਿਵੇਂ ਦੇਵਾਂਗੇ? ਜੇ ਅਸੀਂ ਖੁਦ ਦੁਖੀ ਹਾਂ ਫਿਰ ਅਸੀਂ ਕਿਸੇ ਨੂੰ ਸੁੱਖ ਨਹੀਂ ਦੇ ਸਕਦੇ, ਕਿਉਂਕਿ ਸੁੱਖ ਤਾਂ ਫੇਰ ਹੀ ਦੇਵਾਂਗੇ ਨਾ ਜੇ ਸਾਡੇ ਕੋਲ ਖੁਦ ਆਪਦੇ ਕੋਲ ਸੁੱਖ ਹੋਏਗਾ। ਜੇ ਹੁਣ ਆਪਾਂ ਆਪ ਸੁਖੀ ਹਾਂ ਫੇਰ ਹੀ ਅੱਗੇ ਆਪਾਂ ਦੇ ਸਕਦੇ। ਜਿਵੇਂ ਜਿਹੜੀ ਚੀਜ਼ ਆਪਣੇ ਘਰ ਦੇ ਵਿੱਚ ਹੋਵੇ,
ਆਪਾਂ ਉਹੀਓ ਦੇ ਸਕਦੇ ਜਿਹੜੀ ਆਪਣੇ ਘਰ 'ਚ ਚੀਜ਼ ਵਸਤੂ ਹੈ ਹੀ ਨਹੀਂ, ਉਹ ਆਪਾਂ ਦੇਵਾਂਗੇ ਕਿੱਥੋਂ? ਆਪਣੇ ਕੋਲ ਤਾਂ ਖੁਦ ਕੋਲ ਨਹੀਂ ਹੈ। ਹੁਣ ਇਸੇ ਤਰ੍ਹਾਂ ਹੀ ਸਤਿਗੁਰੂ ਕਹਿੰਦੇ ਵੀ ਗੁਰਮੁਖਾਂ ਦੇ ਘਰ ਦੇ ਵਿੱਚ ਸਦਾ ਆਨੰਦ ਹੈ, ਉੱਥੇ ਸਦਾ ਸੁੱਖ, ਉੱਥੇ ਸਦਾ ਆਨੰਦ ਹੋਣ ਕਰਕੇ, ਸਦਾ ਸੁੱਖ ਹੋਣ ਕਰਕੇ ਉਹ ਤਾਂ ਕਰਕੇ ਸਾਨੂੰ ਅੱਗੇ ਸੁੱਖ ਦਿੰਦੇ ਨੇ, ਕਿਉਂਕਿ ਉਹਨਾਂ ਕੋਲ ਉਹ ਸੁੱਖ ਹੈਗਾ ਹੈ, ਉਹਨਾਂ ਕੋਲ ਉਹ ਆਨੰਦ ਹੈਗਾ ਹੈ। ਤਾਂ ਅਸੀਂ ਜਦੋਂ ਉਹਨਾਂ ਦਾ ਸੰਗ ਕਰਦੇ, ਉਹਨਾਂ ਦਾ ਸੰਗ ਕਰਨ ਦੇ ਨਾਲ ਸਾਡੇ ਮਨ ਨੂੰ ਸ਼ਾਂਤੀ ਆਉਂਦੀ, ਸਾਡੇ ਮਨ ਨੂੰ ਸੁੱਖ ਮਿਲਦਾ, ਸਾਡੇ ਮਨ ਤੋਂ ਮੈਲ ਉਤਰਦੀ। ਅਤੇ ਇਸ ਵਾਸਤੇ ਫਿਰ ਮਹਾਰਾਜ ਸਮਝਾਉਂਦੇ ਆਪਾਂ ਨੂੰ ਵੀ ਜੇ ਤੁਸੀਂ ਸੁਖੀ ਹੋਣਾ ਚਾਹੁੰਦੇ ਹੋ, ਜਾਂ ਜੇ ਤੁਸੀਂ ਅੱਗੇ ਕਿਸੇ ਨੂੰ ਸੁੱਖ ਦੇਣਾ ਚਾਹੁੰਦੇ ਹੋ, ਪਹਿਲਾਂ ਤੁਸੀਂ ਆਪ ਸੁਖੀ ਹੋ। ਹੁਣ ਆਪ ਅਸੀਂ ਕਿਵੇਂ ਸੁਖੀ ਹੋਈਏ? ਸੰਸਾਰ ਦੀ ਦੌੜ ਹੈ ਬਾਹਰ ਦੀ, ਜੀਵ ਚਾਹੁੰਦਾ ਵੀ ਮੈਂ ਵੱਧ ਪੈਸਾ ਇਕੱਠਾ ਕਰ ਲਾਂ, ਮੈਂ ਤਾਂ ਸੁਖੀ ਹੋ ਜਾਵਾਂਗਾ, ਮੈਂ ਵੱਡਾ ਘਰ-ਬਾਰ ਬਣਾ ਲਾਂ, ਮੈਂ ਤਾਂ ਸੁਖੀ ਹੋ ਜਾਵਾਂਗਾ, ਮੇਰਾ ਕਾਰੋਬਾਰ ਵੱਡਾ ਹੋ ਜੇ, ਮੈਂ ਤਾਂ ਸੁਖੀ ਹੋ ਜਾਵਾਂਗਾ, ਮੈਂ ਜ਼ਮੀਨ ਜਾਇਦਾਦ ਵੱਧ ਖਰੀਦ ਲਾਂ, ਮੈਂ ਤਾਂ ਸੁਖੀ ਹੋ ਜਾਵਾਂਗਾ। ਉਹਦੀ ਦੌੜ ਇੱਥੇ ਤੱਕ। ਇਹਦੇ ਨਾਲ ਕੋਈ ਜੀਵ ਸੁਖੀ ਹੋਇਆ ਨਹੀਂ, ਨਾ ਅੱਜ ਤੱਕ ਇਹਦੇ ਨਾਲ ਕੋਈ ਸੁਖੀ ਹੋਇਆ ਅਤੇ ਨਾ ਅੱਗੇ ਕਦੇ ਹੋਏਗਾ ਇਹਦੇ ਨਾਲ। ਮਹਾਰਾਜ ਕਹਿੰਦੇ ਜੇ ਤੁਸੀਂ ਸੁਖੀ ਹੋਣਾ ਚਾਹੁੰਦੇ ਹੋ, ਫਿਰ ਤੁਸੀਂ ਸਿਮਰਨ ਕਰੋ। ਸਿਮਰਨ ਕਰਕੇ ਪਹਿਲਾਂ ਤੁਸੀਂ ਆਪ ਸੁਖੀ ਹੋਵੋ, ਫਿਰ ਤੁਸੀਂ ਅੱਗੇ ਗਾਂ ਕਿਸੇ ਨੂੰ ਹੋਰ ਸੁੱਖ ਦੇ ਸਕਦੇ। ਇਸ ਲਈ ਫਰਮਾਉਂਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੀ ਮਿਟਾਵੋ। ਵੀ ਪਹਿਲਾਂ ਆਪਣੇ ਅੰਦਰੋਂ ਦਾ ਕਲਾ ਕਲੇਸ਼ ਮਿਟਾਵੋ ਸਿਮਰਨ ਅਭਿਆਸ ਕਰਕੇ। ਜੇ ਹੁਣ ਅਸੀਂ ਖੁਦ ਹੀ ਦੁਵਿਧਾ ਦੇ ਵਿੱਚ ਹਾਂ, ਈਰਖਾ ਨਫ਼ਰਤ ਦੇ ਵਿੱਚ ਪਏ ਹੋਏ ਹਾਂ, ਹਉਮੈ ਹੰਕਾਰ 'ਚ ਪਏ ਹੋਏ ਹਾਂ, ਫਿਰ ਅਸੀਂ ਆਖੀਏ ਵੀ ਅਸੀਂ ਕਿਸੇ ਨੂੰ ਹੋਰ ਸੁਖੀ ਕਰ ਦਾਂਗੇ, ਅਤੇ ਸੁਖੀ ਤਾਂ ਅਸੀਂ ਖੁਦ ਨਹੀਂ ਹੈ, ਅਤੇ ਕਿਸੇ ਨੂੰ ਕਿਵੇਂ ਸੁਖੀ ਕਰ ਦਿਆਂਗੇ ਆਪਾਂ? ਉਹਦੇ ਵਾਸਤੇ ਸਾਨੂੰ ਖੁਦ ਪਹਿਲਾਂ ਗੁਰੂ ਦਾ ਵਚਨ ਮੰਨਣਾ ਪੈਣਾ, ਸਾਨੂੰ ਕਮਾਉਣਾ ਪੈਣਾ, ਸਾਨੂੰ ਖੁਦ ਬ੍ਰਹਮ ਦਾ ਗਿਆਨ ਹੋਏਗਾ, ਫਿਰ ਅੱਗੇ ਅਸੀਂ ਗਿਆਨ ਦੇ ਕੇ ਕਿਸੇ ਜੀਵਨ ਨੂੰ ਗਾਂ ਫਿਰ ਉਹਨਾਂ ਨੂੰ ਅਸੀਂ ਸੁਖੀ ਕਰ ਸਕਦੇ। ਇਹਨੂੰ ਦਾਨ ਕਹਿੰਦੇ, ਇਹ ਪਰਉਪਕਾਰ ਜਿਹੜਾ ਮਨਾਂ ਦੇ ਉੱਤੇ ਕੀਤਾ ਜਾਂਦਾ। ਇਹ ਕੀਤਾ ਹੋਇਆ ਪੁੰਨ ਦਾਨ ਇਹ ਮਾਲਕ ਦੇ ਘਰ ਦੇ ਵਿੱਚ ਪ੍ਰਵਾਨ ਹੈ। ਔਰ ਇੱਥੋਂ ਕੁਛ ਨਹੀਂ ਜਾਂਦਾ, ਇਹ ਸਰੀਰ ਵੀ ਇੱਥੇ ਰਹਿ ਜਾਂਦਾ, ਇਹ ਸਰੀਰ ਦੇ ਨਾਲ ਜਿਹੜੇ ਪਦਾਰਥ ਜੁੜੇ ਹੋਏ ਵੀ ਇੱਥੇ ਰਹਿ ਜਾਂਦੇ, ਇਹ ਨਾਲ ਨਹੀਂ ਜਾਂਦੇ। ਅੱਗੇ ਮਨ ਨੇ ਜਾਣਾ ਅਤੇ ਮਨ ਦੇ ਨਾਲ ਨਾਮ ਧਨ ਨੇ ਜਾਣਾ। ਹੋਰ ਤਾਂ ਸਾਰਾ ਕੁਛ ਇੱਥੇ ਹੀ ਰਹਿ ਜਾਂਦਾ, ਦੇਹੀ ਵੀ ਇੱਥੇ ਰਹਿ ਗਈ, ਸਰੀਰ ਵੀ। ਇਹਦੇ ਨਾਲ ਜਿਹੜੇ ਰਿਸ਼ਤੇ ਨਾਤੇ ਸੀ ਉਹ ਵੀ ਸਾਰੇ ਇੱਥੇ ਹੀ ਰਹਿ ਗਏ। ਅੱਗੇ ਮਨ ਨੇ ਜਾਣਾ। ਤਾਂ ਮਹਾਰਾਜ ਕਹਿੰਦੇ ਦੇਹੀ ਜਾਤ ਨਾ ਅੱਗੇ ਜਾਏ, ਜਿੱਥੇ ਲੇਖਾ ਮੰਗੀਏ ਤਿੱਥੇ ਛੁੱਟੇ ਸੱਚ ਕਮਾਈ। ਬਈ ਜਿੱਥੇ ਮਨ ਤੋਂ ਲੇਖਾ ਮੰਗਿਆ ਜਾਂਦਾ ਉੱਥੇ ਤਾਂ ਜਿਨ੍ਹਾਂ ਨੇ ਸੱਚ ਦੀ ਕਮਾਈ ਕੀਤੀ। ਸੱਚ ਕਹਿੰਦੇ ਪਰਮਾਤਮਾ ਨੂੰ। ਇਹ ਨਹੀਂ ਜਿਵੇਂ ਇੱਕ ਸੰਸਾਰੀ ਜੀਵ ਕਹਿ ਦਿੰਦੇ ਵੀ ਸਾਡੀ ਤਾਂ ਕਿਰਤ ਬੜੀ ਸੱਚੀ ਹੈ ਜੀ, ਅਸੀਂ ਤਾਂ ਸੱਚੀ ਕਿਰਤ ਕਰਦੇ ਹਾਂ। ਇਹ ਕਿਰਤ ਨਹੀਂ ਜਿਹੜਾ ਅਸੀਂ ਸੰਸਾਰ ਦਾ ਕੰਮ ਕਰਦੇ ਹਾਂ। ਉੱਥੇ ਇਹ ਨਹੀਂ ਪੁੱਛਿਆ ਜਾਂਦਾ ਵੀ ਤੁਸੀਂ ਕਿਹੜਾ ਕੰਮ ਕਰਦੇ ਹੋ, ਵੀ ਤੁਸੀਂ ਖੇਤੀ ਕਰਦੇ ਹੋ, ਦਿਹਾੜੀ ਕਰਦੇ ਹੋ, ਦੁਕਾਨਦਾਰੀ ਕਰਦੇ ਹੋ, ਇਹ ਨਹੀਂ। ਉਸੇ ਸਾਡੇ ਮਨ ਦੀ ਕਿਰਤ ਨਾਲ ਜਾਂਦੀ ਵੀ ਸਾਡਾ ਮਨ ਕੀ ਕਰਦਾ। ਇਹ ਸਰੀਰ ਤਾਂ ਇੱਥੇ ਹੀ ਰਹਿ ਗਿਆ, ਇਹਦਾ ਨਾਲ ਜਿਹੜਾ ਇੱਕ ਕਿਰਤ ਸੀ ਵੀ ਇੱਥੇ ਹੀ ਰਹਿ ਗਈ। ਅੱਗੇ ਮਨ ਨੇ ਜਾਣਾ ਅਤੇ ਮਨ ਦੇ ਨਾਲ ਮਨ ਦੀ ਕਿਰਤ ਜਾਣੀ। ਉਹ ਹੈ ਵਿਚਾਰ ਫੁਰਨੇ ਵੀ ਸਾਡੇ ਅੰਦਰ ਕਿਹੜੇ ਵਿਚਾਰ ਚੱਲਦੇ ਸੀ। ਸਾਡੇ ਮਨ ਨੇ ਉਹ ਦੱਸੀ ਹੋਈ ਕਾਰ, ਗੁਰੂ ਦੀ ਕਾਰ ਕਮਾਈ।
ਜਾਂ ਆਪਦੀ ਮੱਤ ਦੁਆਰਾ ਵੈਰ ਵਿਰੋਧੀ ਕਰਦਾ ਰਿਹਾ, ਫਿੱਕੇ ਬੋਲੀ ਬੋਲਦਾ ਰਿਹਾ। ਇਹ ਫਿਰ ਮਨ ਦੀ ਕਿਰਤ ਹੈ, ਮਨ ਦਾ ਕਰਮ। ਜਿਹਨੂੰ ਮਾਰੇ ਫਿਰ ਦੱਸਦੇ ਆਪਾਂ ਨੂੰ, ਕਰਮੀ ਆਪੋ ਆਪਣੀ ਕਿ ਨੇੜੇ ਕੇ ਦੂਰ। ਵੀ ਇੱਕ ਤਾਂ ਕਰਮ ਜਿਹੜਾ ਅਸੀਂ ਆਪਦੀ ਮੱਤ ਦੁਆਰਾ ਕਰਦੇ, ਉਹ ਸਾਨੂੰ ਪਰਮਾਤਮਾ ਤੋਂ ਬਹੁਤ ਦੂਰ ਲੈ ਜਾਂਦੇ। ਇੱਕ ਕਰਮ ਅਸੀਂ ਗੁਰੂ ਦੀ ਦੱਸੀ ਹੋਈ ਕਾਰ ਕਮਾਉਂਦੇ, ਸਾਨੂੰ ਪਰਮਾਤਮਾ ਦੇ ਨੇੜੇ ਲੈ ਆਉਂਦੇ। ਹੁਣ ਆਪਾਂ ਨੂੰ ਫਿਰ ਇਸ ਲਈ ਕਹਿੰਦੇ ਵੀ ਆਪਦੀ ਮੱਤ ਦੁਆਰਾ ਜਿਹੜੀ ਤੁਸੀਂ ਕਾਰ ਕਰਦੇ ਹੋ, ਇਹਨੂੰ ਛੱਡੋ। ਹੁਣ ਆਪਦੀ ਮੱਤ ਦੁਆਰਾ ਜੀਵ ਕੀ ਕਰਦਾ ਹੈ? ਉਹ ਇਹੋ ਵਿਚਾਰ ਲੈਂਦਾ, ਸਹਿੰਸੇ ਫਿਕਰ ਚਿੰਤਾਵਾਂ, ਦੁਬਦਾ ਵੈਰ ਵਿਰੋਧ ਈਰਖਾ ਨਫ਼ਰਤ ਨਿੰਦਿਆ ਚੁਗਲੀ, ਇਹ ਸਾਰਾ ਕੁਛ ਕਰਦਾ। ਹੁਣ ਆਪਾਂ ਨੂੰ ਗੁਰੂ ਕਿਹੜੀ ਕਾਰ ਕਰਨ ਨੂੰ ਕਹਿ ਰਹੇ? ਉਹ ਕਹਿੰਦੇ ਸਿਮਰਨ ਕਰੋ। ਬਈ ਤੁਸੀਂ ਗੁਰੂ ਦੀ ਦੱਸੀ ਹੋਈ ਕਾਰ ਕਾਹਤੋਂ ਨਹੀਂ ਕਮਾਉਂਦੇ? ਆਪਦੀ ਮੱਤ ਦੁਆਰਾ ਕਾਹਤੋਂ ਕਮਾਉਂਦੇ? ਮਾਰੇ ਕਹਿੰਦੇ ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਵੀ ਗੁਰੂ ਦਾ ਬਚਨ ਕਿਉਂ ਮੋੜਦੇ? ਉਹਨਾਂ ਦਾ ਕਹਿਣਾ ਕਾਹਤੋਂ ਨਹੀਂ ਮੰਨਦੇ? ਜੇ ਅਸੀਂ ਗੁਰੂ ਦੀ ਦੱਸੀ ਹੋਈ ਕਾਰ ਕਮਾਵਾਂਗੇ, ਫਿਰ ਸਾਨੂੰ ਇਹ ਬ੍ਰਹਮ ਦਾ ਗਿਆਨ ਹੋਣਾ। ਅਤੇ ਜਦੋਂ ਸਾਨੂੰ ਬ੍ਰਹਮ ਦਾ ਗਿਆਨ ਹੋ ਜਾਏਗਾ, ਫਿਰ ਅਸੀਂ ਸੁਖੀ ਹੋ ਜਾਵਾਂਗੇ। ਜੋ ਬ੍ਰਹਮ ਦਾ ਗਿਆਨ ਹੈ, ਇਹ ਸਾਡੇ ਮਨ ਨੂੰ ਸੁਖੀ ਕਰਦਾ, ਇਹ ਸਾਨੂੰ ਆਨੰਦ ਅਵਸਥਾ ਦੇ ਵਿੱਚ ਲੈ ਕੇ ਜਾਂਦਾ, ਇਹ ਸਾਡੇ ਮਨ ਨੂੰ ਰੋਕਦਾ। ਕਿਸੇ ਹੋਰ ਦੁਬਦਾ ਦੇ ਵਿੱਚ ਜਾਣ ਤੋਂ, ਆਪਦੀ ਮੱਤ ਵਰਤਣ ਤੋਂ ਜਦੋਂ ਸਾਨੂੰ ਇਹ ਗਿਆਨ ਹੋ ਜਾਏਗਾ, ਫਿਰ ਅਸੀਂ ਰੁਕ ਜਾਵਾਂਗੇ। ਇਹਨੂੰ ਮਾਰੇ ਕਹਿੰਦੇ ਕੁੰਭੇ ਵੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਈ। ਗਿਆਨ ਕਾ ਵੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਈ। ਬੇਗਿਆਨ ਦਾ ਵੱਧਾ ਹੋਇਆ ਮਨ ਫਿਰ ਰੁਕ ਜਾਂਦਾ। ਫਿਰ ਇਹਨੂੰ ਪਤਾ ਲੱਗਦਾ ਜਦੋਂ ਇਹ ਰੁਕਦਾ ਹੈ ਵੀ ਇਹ ਤਾਂ ਸਾਰਾ ਖੇਲ ਮਾਲਕ ਦਾ ਹੀ ਚੱਲਦਾ, ਵੀ ਮੈਂ ਤਾਂ ਐਵੇਂ ਆਪਦੀ ਮੱਤ ਵਰਤ ਕੇ ਦੁਖੀ ਹੋ ਰਿਹਾ, ਭੱਜਾ ਫਿਰਦਾ। ਫਿਰ ਇਹ ਸਹਿਜ ਵਿੱਚ ਆ ਜਾਂਦਾ, ਫਿਰ ਇਹ ਆਪਣੇ ਘਰ ਬੈਠ ਜਾਂਦਾ। ਅਤੇ ਇਹੋ ਸਤਿਗੁਰੂ ਸਾਨੂੰ ਕਹਿ ਰਹੇ ਵੀ ਤੁਸੀਂ ਠਹਿਰ ਘਰ ਬੈਠੋ ਅਤੇ ਤੁਹਾਡੇ ਸਾਰੇ ਕਾਰਜ ਮੈਂ ਖੁਦ ਆਪ ਕਰਾਂਗਾ। ਮਹਾਰਾਜ ਕਹਿੰਦੇ ਠਹਿਰ ਘਰ ਬੈਸੋ ਹਰਿ ਜਨ ਪਿਆਰੀ, ਸਤਿਗੁਰ ਤੁਮਰੇ ਕਾਜ ਸਵਾਰੀ। ਜਦੋਂ ਅਸੀਂ ਠਹਿਰ ਘਰ ਬੈਠ ਗਏ, ਫਿਰ ਆਪਾਂ ਬੈਠ ਕੇ ਦੇਖਾਂਗੇ ਵੀ ਮਾਲਕ ਕਿਵੇਂ ਜੀਵਾਂ ਨੂੰ ਅੰਦਰੋਂ ਪ੍ਰੇਰਿਤ, ਕਿਵੇਂ ਗੁਰਮੁਖਾਂ ਦੇ ਜਿਹੜੇ ਕਾਰਜ ਉਹ ਹੁੰਦੇ। ਫਿਰ ਕਰਦਾ ਤਾਂ ਉਹ ਸਭ ਦਾ ਹੀ ਹੈ, ਪਰ ਗੁਰਮੁਖ ਜਿਹੜਾ ਉਹਨੂੰ ਭੇਦ ਆ ਜਾਂਦਾ, ਉਹ ਦੇਖ ਲੈਂਦਾ। ਅਤੇ ਜਿਹੜਾ ਮਨਮੁਖ ਹੈ, ਉਹਨੂੰ ਭੇਦ ਨਹੀਂ ਆਉਂਦਾ, ਉਹਦੇ ਅੰਦਰ ਹੋਰ ਹਉਮੈ, ਉਹ ਹੋਰ ਹੰਕਾਰ ਦੇ ਵਿੱਚ ਚਲਾ ਜਾਂਦਾ ਵੀ ਮੈਂ ਕਰਦਾ। ਹੁਣ ਜਿਹੜਾ ਗੁਰਮੁਖ ਹੈ, ਜਦੋਂ ਘਰੇ ਬੈਠ ਗਏ, ਫਿਰ ਆਪਾਂ ਦੇਖਾਂਗੇ ਵੀ ਇਹ ਤਾਂ ਸਾਰਾ ਮਾਲਕ ਆਪ ਹੀ ਕਰ ਰਹੀ ਹੈ। ਵਾਂਝੋਂ ਮਹਾਰਾਜ ਕਹਿੰਦੇ ਵੀ ਜਿਹੜੇ ਗੁਰਮੁਖ ਘਰ ਬੈਠ ਗਏ, ਜਿਨ੍ਹਾਂ ਨੂੰ ਮਾਲਕ ਦਾ ਨਾਮ ਪਿਆਰਾ ਲੱਗਦਾ, ਉਹਨਾਂ ਦੇ ਅਚਿੰਤ ਹੀ ਕੰਮ ਹੋਈ ਜਾਂਦੇ, ਮਾਲਕ ਆਪ ਹੀ ਕਰ ਦਿੰਦੇ। ਸਤਿਗੁਰੂ ਫਰਮਾਉਂਦੇ ਅਚਿੰਤ ਕੰਮ ਕਰੇ ਪ੍ਰਭ ਤਿਨ ਕੀ, ਜਿਨ ਹਰਿ ਕਾ ਨਾਮ ਪਿਆਰਾ। ਬਈ ਜਿਨ੍ਹਾਂ ਦਾ ਪਿਆਰ ਮਾਲਕ ਦੇ ਨਾਮ ਦੇ ਨਾਲ ਹੈ ਨਾ, ਉਹਨਾਂ ਦੇ ਅਚਿੰਤ ਹੀ ਹੋ ਜਾਂਦੇ, ਉਹਨਾਂ ਦੇ ਕੰਮ 'ਚ ਕੋਈ ਵਿਘਨ ਪੈਂਦਾ ਹੀ, ਸਹਿ ਸੁਭਾਈ ਹੁੰਦੇ ਜਾਂਦੇ। ਇਸ ਲਈ ਜਿਹੜਾ ਗੁਰਸਿੱਖ ਹੈ, ਉਹਦਾ ਸਤਿਗੁਰੂ ਇਹ ਹਾਲਤ ਹੀ ਲੋਕ ਵੀ ਅਤੇ ਪਰਲੋਕ ਵੀ ਦੋਵੇਂ ਹੀ ਸਵਾਰ ਦਿੰਦੇ। ਮਹਾਰਾਜ ਕਹਿੰਦੇ ਸਤਿਗੁਰ ਸਿੱਖ ਕਾ ਹਾਲਤ ਪਲਤ ਸਵਾਰੀ, ਵੀ ਆ ਲੋਕ ਵੀ ਅਤੇ ਪਰਲੋਕ ਵੀ ਦੋਵੇਂ। ਉਹ ਗੁਰਮੁਖ ਫਿਰ ਇਹ ਲੋਕ 'ਚ ਵੀ ਸੁਖੀ ਅਤੇ ਉਹਨਾਂ ਦਾ ਪਰਲੋਕ ਵੀ ਸਹੇਲ। ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ।
ਇਹ ਸਾਰਾ ਭੇਦ ਸਾਨੂੰ ਉਦੋਂ ਆਉਂਦਾ ਜਦੋਂ ਅਸੀਂ ਗੁਰੂ ਦੀ ਮੱਤ ਲੈਂਦੇ ਹਾਂ। ਜਦੋਂ ਇਹ ਸਾਨੂੰ ਬ੍ਰਹਮ ਦਾ ਗਿਆਨ ਹੁੰਦਾ, ਫਿਰ ਆਪਾਂ ਦੇਖਦੇ ਹਾਂ ਵੀ ਇਹ ਤਾਂ ਮਾਲਕ ਹੀ ਕਰ ਰਹੇ ਆ। ਇਸੇ ਅਵਸਥਾ ਦੇ ਵਿੱਚ ਹੀ ਜਦੋਂ ਗੁਰਮੁਖ ਗਏ, ਫਿਰ ਉਹਨਾਂ ਨੇ ਦੇਖ ਕੇ ਜਦੋਂ ਦੱਸਿਆ, ਫਿਰ ਆਪਾਂ ਨੂੰ ਦੇਖ ਕੇ ਮਹਾਰਾਜ ਕਹਿੰਦੇ ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਈ। ਨਾਨਕ ਤਿਸ ਬਲਿਹਾਰਨੇ, ਜਲ ਥਲ ਮਹੀਲ ਸੋਈ। ਵੀ ਇਹਦਾ ਮਾਲਕ ਆਪ ਹੀ ਕਰਤਾ ਅਤੇ ਸਭ ਦੀ ਪਾਲਣਾ ਪੋਸ਼ਣਾ ਕਰ ਰਿਹਾ। ਜਲ ਦੇ ਵਿੱਚ, ਥਲ ਦੇ ਵਿੱਚ, ਧਰਤੀ ਦੇ ਅਸਮਾਨ ਦੇ ਸੈਂਟਰ ਦੇ ਵਿੱਚ ਐਸੀ ਕੋਈ ਥਾਂ ਹੀ ਨਹੀਂ ਬਈ ਜਿੱਥੇ ਮਾਲਕ ਨਾ ਹੋਵੇ। ਮਹਾਰਾਜ ਕਹਿੰਦੇ ਘਟ ਘਟ ਰੱਬ ਰਿਹਾ ਬਣਵਾਰੀ, ਜਲ ਥਲ ਮਹੀਲ ਗੁਪਤੋ ਵਰਤੇ, ਗੁਰ ਸ਼ਬਦੀ ਦੇਖ ਨਹਾਰੀ ਜੀ। ਹੁਣ ਮਾਲਕ ਹੈ ਜਿਹੜਾ, ਉਹ ਗੁਪਤ ਰੂਪ ਦੇ ਵਿੱਚ ਹਰ ਥਾਂ 'ਤੇ ਵਿਚਰਦਾ ਹੈ। ਹੁਣ ਜਿਹੜੇ ਗੁਰਮੁਖ ਨੇ ਉਹਨਾਂ ਨੂੰ ਗੁਪਤ ਪ੍ਰਗਟ ਹੋ ਗਏ ਅਤੇ ਉਹ ਪ੍ਰਤੱਖ ਦੇਖਦੇ, ਅਤੇ ਜਿਨ੍ਹਾਂ ਨੂੰ ਨਹੀਂ ਪ੍ਰਗਟ ਹੋਇਆ ਉਹ ਉਹਨਾਂ ਨੂੰ ਭਰਮ ਪਿਆ ਹੋਏ। ਉਹ ਸਮਝਦੇ ਵੀ ਰੱਬ ਪਤਾ ਨਹੀਂ ਕਿੱਥੇ ਵੱਸਦਾ, ਕਿੱਡੀ ਕੁ ਦੂਰ ਹੈ। ਇਹੋ ਭਰਮ ਹੈ ਬਸ। ਮਾਲਕ ਸਾਤੋਂ ਕੋਈ ਦੂਰ ਨਹੀਂ ਹੈ। ਸਾਡੇ ਅਤੇ ਪਰਮਾਤਮਾ ਦੇ ਵਿੱਚ ਇੰਨਾ ਕੁ ਫਾਸਲਾ ਵੀ ਜਿਵੇਂ ਕਾਗਜ਼ ਹੁੰਦਾ, ਕਾਗਜ਼ ਤੋਂ ਵੀ ਬਰੀਕ, ਉਦੋਂ ਵੀ ਬਰੀਕ ਪੜਦਾ ਆਪਣੇ ਤੇ ਮਾਲਕ 'ਚ, ਬਸ ਇੰਨਾ ਫਾਸਲਾ ਆਪਣਾ, ਉਹ ਵੀ ਭਰਮ ਦਾ ਪੜਦਾ ਪਿਆ ਹੋਇਆ। ਜਿਸ ਨੂੰ ਮਹਾਰਾਜ ਕਹਿੰਦੇ ਹਉ ਹਉ ਭੀਤ ਭਇਓ ਹੈ ਬੀਚੋ, ਸੁਨਤ ਦੇਸ ਨਿਗਟਾਇਓ, ਭਾਵੀ ਰੀ ਕੇ ਪਾਤ ਪਾਰ ਦੋ, ਬਿਨ ਪੇਖੇ ਦੂਰ ਆਇਓ। ਬਈ ਸਾਡੇ ਤੇ ਮਾਲਕ ਦੇ ਵਿੱਚ ਜਿਹੜਾ ਪੜਦਾ ਪਿਆ ਉਹ ਹਉਮੈ ਦਾ, ਹਉਮੈ ਕਰਕੇ ਅਸੀਂ ਰੱਬ ਤੋਂ ਦੂਰ ਹਾਂ। ਅਸੀਂ ਸਮਝਦੇ ਵੀ ਰੱਬ ਪਤਾ ਨਹੀਂ ਕਿੱਥੇ। ਜਦੋਂ ਸਾਡੇ ਅੰਦਰੋਂ ਇਹ ਪੜਦਾ ਹਟ ਗਿਆ, ਫਿਰ ਅਸੀਂ ਕਹਾਂਗੇ ਵੀ ਰੱਬ ਕਿੱਥੇ ਨਹੀਂ, ਉਹ ਤਾਂ ਹਰ ਥਾਂ ਹੀ ਹੈ। ਸਭਨਾਂ ਦੇ ਅੰਦਰ ਵੀ ਹੈ ਅਤੇ ਬਾਹਰ ਵੀ ਹੈ। ਉਹ ਤਾਂ ਐਸੀ ਕੋਈ ਥਾਂ ਹੀ ਨਹੀਂ ਜਿੱਥੇ ਨਾ ਹੋਵੇ। ਇਸੇ ਅਵਸਥਾ ਦੇ ਵਿੱਚ ਹੀ ਫਿਰ ਜਦੋਂ ਆਪਣਾ ਮਨ ਸਹਿਜ ਵਿੱਚ ਚਲਾ ਜਾਂਦਾ, ਫਿਰ ਇਸ ਅਵਸਥਾ 'ਚ ਜਾ ਕੇ ਬਾਬਾ ਕਬੀਰ ਜੀ ਕਹਿੰਦੇ ਵੀ ਸਾਡਾ ਸਾਡੇ ਵਿੱਚ ਕੁਝ ਨਹੀਂ ਹੈ, ਜੋ ਕੁਝ ਵੀ ਹੈਗਾ ਉਹ ਸਾਰਾ ਤੇਰਾ ਹੀ ਹੈ। ਵੀ ਤੇਰਾ ਤੈਨੂੰ ਸੌਂਪ ਕੇ ਵੀ ਸਾਡਾ ਸਾਡੇ ਵਿੱਚ ਕੁਝ ਨਹੀਂ ਹੈ। ਮਹਾਰਾਜ ਕਹਿੰਦੇ ਕਬੀਰ ਮੇਰਾ ਮੁਝ ਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਹੁਣ ਮਾਲਕ ਦਾ ਸਾਰਾ ਕੁਛ ਤੇ ਅਸੀਂ ਉਹਦਾ ਉਹਨੂੰ ਹੀ ਸੌਂਪਣਾ, ਅਸੀਂ ਸੌਂਪਣ ਨੂੰ ਤਿਆਰ ਨਹੀਂ। ਬਸ ਇਹੋ ਝਗੜਾ ਆਪਣਾ ਬਈ ਜਿਹਦੀ ਵਸਤੂ ਹੋਵੇ ਅਸੀਂ ਉਹਨੂੰ ਦੇਣ ਨੂੰ ਤਿਆਰ ਨਹੀਂ। ਅਸੀਂ ਕਹਿੰਦੇ ਸਾਡੀ, ਅਤੇ ਤਾਂ ਅਸੀਂ ਦੁਖੀ ਹੁੰਦੇ। ਮਹਾਰਾਜ ਕਹਿੰਦੇ ਵੀ ਜੇ ਪਰਾਈ ਅਮਾਨਤ ਹੋਵੇ ਨਾ, ਇਹ ਆਪਾਂ ਨੂੰ ਪਤਾ ਵੀ ਹੋਵੇ ਵੀ ਸਾਡੀ ਨਹੀਂ ਹੈ, ਫਿਰ ਉਹ ਦਿੱਤੇ ਤੋਂ ਹੀ ਸੁੱਖ ਮਿਲਦਾ ਆਪਾਂ ਨੂੰ। ਉੱਦਾਂ ਅਸੀਂ ਸੁਖੀ ਨਹੀਂ ਹੋ ਸਕਦੇ। ਮਹਾਰਾਜ ਕਹਿੰਦੇ ਪਰਾਈ ਅਮਾਨ ਕਿਉਂ ਰੱਖੀਏ, ਦਿੱਤੀ ਹੀ ਸੁੱਖ ਹੋਏ। ਬਈ ਪਰਾਈ ਅਮਾਨਤ ਹੋਵੇ ਨਾ ਅਤੇ ਉਹ ਦੇ ਦਈਏ ਅਤੇ ਫਿਰ ਸੁਖੀ ਹੋ ਜਾਈਏ ਵੀ ਸਾਡੀ ਨਹੀਂ ਹੈ। ਜਿਹਦੀ ਹੈਗੀ ਉਹਨੂੰ ਵਾਪਸ ਮੋੜ ਦੇ। ਹੁਣ ਇਸੇ ਤਰ੍ਹਾਂ ਹੀ ਆਪਣੇ ਵਿੱਚ ਆਪਣਾ ਕੁਛ ਨਹੀਂ ਹੈ। ਕਿਹਦਾ ਹੈ? ਵਾਹਿਗੁਰੂ ਦਾ। ਹੁਣ ਉਹਦਾ ਉਹਨੂੰ ਹੀ ਸੌਂਪਣਾ। ਜੇ ਸੌਂਪਤਾ ਤਾਂ ਅਸੀਂ ਸੁਖੀ ਹੋ ਜਾਣ। ਤੇਰਾ ਤੁਝ ਕੋ ਸੌਂਪਤੇ ਗਿਆ ਲਾਗੇ ਮੇਰਾ, ਵੀ ਮੇਰਾ ਤਾਂ ਹੈ ਹੀ ਨਹੀਂ, ਤੇਰਾ ਹੀ ਹੈ। ਇਹ ਹੁਣ ਗੱਲਾਂ ਬਾਤਾਂ ਨਾਲ ਨਹੀਂ ਸੌਂਪਿਆ ਜਾਂਦਾ। ਜੇ ਆਪਾਂ ਉੱਦਾਂ ਕਹੀ ਜਾਵਾਂਗੇ ਵੀ ਸਾਰਾ ਕੁਝ ਠੀਕ ਹੈ ਜੀ, ਰੱਬ ਦਾ ਹੀ ਹੈ, ਪਰ ਜੇ ਸਾਰਾ ਕੁਛ ਰੱਬ ਦਾ ਹੈ ਤਾਂ ਫਿਰ ਅਸੀਂ ਲੜਦੇ ਕਿਉਂ? ਫਿਰ ਅਸੀਂ ਦੁੱਖ ਵੈਰ ਵਿਰੋਧ ਕਾਹਤੋਂ ਕਰਦੇ? ਜੇ ਸਾਰਾ ਕੁਛ ਪਰਮਾਤਮਾ ਦਾ ਹੀ ਹੈ। ਉਹ ਅਸੀਂ ਗੱਲੀ ਬਾਤੀ ਕਹਿ ਦਿੰਦੇ ਹਾਂ, ਅਸੀਂ ਉੱਦਾਂ ਮੰਨਦੇ ਨਹੀਂ ਹੈ ਅੰਦਰੋਂ। ਸਾਡਾ ਮਨ ਨਹੀਂ ਮੰਨਦਾ। ਅਸੀਂ ਉਦੋਂ ਮੰਨਾਂਗੇ ਜਦੋਂ ਅਸੀਂ ਪ੍ਰਤੱਖ ਦੇਖ ਲਾਂਗੇ ਵੀ ਠੀਕ ਹੈ ਜੀ, ਵੀ ਮਾਲਕ ਨੂੰ ਦੇਖ ਲਿਆ ਅਤੇ ਮਾਲਕ ਦਾ ਹੀ ਹੈ। ਹੁਣ ਉਹਨੂੰ ਦੇਖਣ ਵਾਸਤੇ
ਸਾਨੂੰ ਸਹਿਜ ਵਿੱਚ ਜਾਣਾ ਪੈਣਾ, ਸਾਨੂੰ ਸਿਮਰਨ ਕਰਨਾ ਪੈਣਾ। ਜਦੋਂ ਅਸੀਂ ਸਿਮਰਨ ਕਰਾਂਗੇ ਸਾਡਾ ਆਪਣਾ ਆਪਾ ਖਤਮ ਹੋਏਗਾ, ਅਸੀਂ ਅੰਤਰਮੁਖੀ ਹੋਵਾਂਗੇ, ਫਿਰ ਸਾਡਾ ਮਨ ਸਹਿਜ ਵਿੱਚ ਜਾਏਗਾ ਅਤੇ ਫਿਰ ਹੀ ਮੰਨੇਗਾ, ਨਹੀਂ ਇਹ ਮੰਨਦਾ ਨਹੀਂ। ਸੋ ਇਸੇ ਵਾਸਤੇ ਜੀ ਬਾਬਾ ਕਬੀਰ ਜੀ ਜਦੋਂ ਗਏ, ਉਹ ਕਹਿੰਦੇ ਵੀ ਅਸੀਂ ਜਾ ਕੇ ਹੁਣ ਮਾਲਕ ਨੂੰ ਜਾਣ ਲਏ। ਜਦੋਂ ਜਾਣਿਆ ਉਹ ਕਹਿੰਦੇ ਸਾਡਾ ਮਨ ਮੰਨ ਗਿਆ ਵੀ ਠੀਕ ਹੈ ਵੀ ਸਾਰਾ ਕੁਛ ਮਾਲਕ ਦਾ ਹੀ। ਪਰ ਜਿਹੜੇ ਕਹਿੰਦੇ ਹੋਰ ਜੀਵ ਨੇ ਉਹ ਨਹੀਂ ਮੰਨਦੇ, ਉਹ ਕਹਿੰਦੇ ਇਹ ਕਿਵੇਂ ਹੋ ਸਕਦਾ, ਉਹ ਨਹੀਂ ਮੰਨਦੇ। ਫਿਰ ਬਾਬਾ ਜੀ ਕਹਿੰਦੇ ਵੀ ਜੇ ਨਹੀਂ ਮੰਨਦੇ ਤਾਂ ਐਸੇ ਲੋਕਾਂ ਦਾ ਕੀ ਕੀਤਾ ਜਾਵੇ, ਨਹੀਂ ਮੰਨਦੇ ਨਾ ਮੰਨੋ, ਵੀ ਅਸੀਂ ਤਾਂ ਮੰਨ ਗਏ, ਸਾਡਾ ਤਾਂ ਮਨ ਮੰਨ ਗਿਆ। ਕਬੀਰ ਜਬ ਜਾਣੇ ਤਉ ਮਨ ਮਾਨੇ, ਮਨ ਮਾਨੇ ਲੋਕ ਨਾ ਭਤੀਜੇ, ਨਾ ਭਤੀਜੇ ਤਉ ਕਿਆ ਕੀਜੇ। ਉਹ ਕਹਿੰਦੇ ਵੀ ਜਿਹੜੇ ਨਹੀਂ ਮੰਨਦੇ ਨਾ ਮੰਨਣ, ਅਸੀਂ ਤਾਂ ਮੰਨ ਗਏ। ਅਤੇ ਆਪਾਂ ਨੂੰ ਹੁਣ ਕਹਿੰਦੇ ਵੀ ਆਪਾਂ ਆਪਣੇ ਮਨ ਨੂੰ ਮਨਾਉਣਾ। ਹੁਣ ਇਹਨੂੰ ਮਨਾਉਣ ਵਾਸਤੇ ਹੁਣ ਆਪਾਂ ਇਹਨੂੰ ਸਿਮਰਨ 'ਤੇ ਲਾਉਣਾ। ਜਦੋਂ ਅਸੀਂ ਸਿਮਰਨ ਕਰਾਂਗੇ ਫਿਰ ਹੀ ਮੰਨੇਗਾ। ਆਓ ਹੁਣ ਜੋ ਮਹਾਰਾਜ ਆਪਾਂ ਨੂੰ ਇਹ ਸਿਮਰਨ ਅਭਿਆਸ ਕਰਨ ਨੂੰ ਕਹਿ ਰਹੇ, ਸਾਰੇ ਗੁਰਮੁਖ ਪਿਆਰੇ ਆਓ ਕਰੋ ਜੀ ਸ਼ੁਰੂ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰੇ ਜਦੋਂ ਇਹ ਆਪਾਂ ਸਿਮਰਨ ਕਰਦੇ ਹਾਂ ਫਿਰ ਆਪਣਾ ਮਨ ਵਿਚਾਰਾਂ ਤੋਂ ਰਹਿਤ ਹੋਏਗਾ। ਅਸੀਂ ਸੁਣਨ ਵਿੱਚ ਜਾਵਾਂਗੇ, ਸੁਣਨ ਆਪਣਾ ਘਰ ਹੈ, ਫਿਰ ਉੱਥੇ ਜਾ ਕੇ ਆਪਾਂ ਮਾਲਕ ਦੇ ਹੁਕਮ ਨੂੰ ਸੁਣਾਂਗੇ। ਨਾਮ ਜਿਸ ਹੁਕਮ ਦੁਆਰਾ ਇਹ ਸਾਰਾ ਖੇਲ ਚੱਲ ਰਿਹਾ, ਜਿਹਨੂੰ ਮਾਰੇ ਕਹਿੰਦੇ ਹੁਕਮੀ ਸਭੇ ਉਪਜੇ, ਹੁਕਮੀ ਕਾਰ ਕਮਾਈ, ਹੁਕਮੀ ਕਾਲੇ ਵਸ ਹੈ, ਹੁਕਮੀ ਸਾਸ ਸਮਾਈ। ਨਾਨਕ ਜੋ ਤਿਸ ਭਾਵੈ ਸੋ ਥੀਏ, ਨ ਜਨਤਾਂ ਵਸ ਕਿਛ ਨਾਹੀ।
ਸਾਡੇ ਵੱਸ ਕੁਛ ਹੈ ਵੀ ਨਹੀਂ, ਅਸੀਂ ਕੁਛ ਕਰ ਵੀ ਨਹੀਂ ਸਕਦੇ, ਫਿਰ ਵੀ ਐਵੇਂ ਹੀ ਹਉਮੈ ਹੰਕਾਰ ਦੇ ਵਿੱਚ ਜੀਵ ਭੱਜਾ ਫਿਰਦਾ। ਹੁਣ ਸਾਰਾ ਕੁਛ ਕਿਹਦੇ ਵੱਸ ਹੈ? ਮਹਾਰਾਜ ਕਹਿੰਦੇ ਪਰਮਾਤਮਾ ਤੇ ਮਾਲਕ ਦੇ ਵੱਸ। ਹੁਣ ਇਸ ਲਈ ਆਪਾਂ ਨੂੰ ਸਮਝਾਉਂਦੇ ਵੀ ਜਿਹਦੇ ਵੱਸ ਹੈ ਉਹਦੇ ਨਾਲ ਜੁੜੋ, ਵੀ ਉਹਨੂੰ ਸਮਝੋ, ਉਹਨੂੰ ਜਾਣੋ। ਸਾਡਾ ਮਾਤਾ ਪਿਤਾ ਹੈ, ਸਾਡਾ ਮੂਲ ਸਾਰੇ ਅੰਤ, ਜਿਹਦੇ ਅਸੀਂ ਸਾਰੇ ਬੱਚੇ ਹਾਂ। ਏਕ ਪਿਤਾ ਏਕ ਸਕੇ ਹਮ ਬਾਰਕ। ਹੁਣ ਗੁਰਬਾਣੀ ਗੁਰੂ ਵਿੱਚ ਆਪਾਂ ਨੂੰ ਆਪਣੇ ਮਾਤਾ ਪਿਤਾ ਦੀ ਜਾਣ ਪਹਿਚਾਣ ਕਰਾਈ, ਸਾਨੂੰ ਸਾਰਾ ਉਹਦਾ ਭੇਦ ਦਿੱਤਾ ਵੀ ਕਿਵੇਂ ਇਹ ਖੇਲ ਚੱਲਦਾ, ਕਿਵੇਂ ਸਾਰਾ ਖੇਲ ਪ੍ਰਗਟ ਹੋਇਆ ਮਾਲਕ 'ਚ, ਕਿਵੇਂ ਖੇਲ ਚੱਲ ਰਿਹਾ, ਕਿਵੇਂ ਖੇਲ ਖੇਲਿਆ ਜਾ ਰਿਹਾ। ਹੁਣ ਇਸ ਖੇਲ ਨੂੰ ਸਮਝਣ ਵਾਸਤੇ ਅਤੇ ਜਿੱਤਣ ਵਾਸਤੇ ਆਪਾਂ ਵੱਧ ਤੋਂ ਵੱਧ ਇਸ ਸਿਮਰਨ ਅਭਿਆਸ ਕਰਨਾ। ਗੁਰਬਾਣੀ ਗੁਰੂ ਨੂੰ ਪੜ੍ਹਨਾ, ਖੋਜਣਾ, ਵਿਚਾਰਨਾ। ਸਾਰੀ ਗੁਰਬਾਣੀ ਗੁਰੂ 'ਚ ਇਹੋ ਆਪਾਂ ਨੂੰ ਵਾਰ-ਵਾਰ ਸਮਝਾਇਆ ਗਿਆ, ਬ੍ਰਹਮ ਦਾ ਗਿਆਨ ਦਿੱਤਾ ਗਿਆ। ਅਤੇ ਵੱਧ ਤੋਂ ਵੱਧ ਇਹ ਆਪਾਂ ਸੰਗਤ ਕਰਨੀ। ਜੇ ਖੇਲ ਦੀ ਨਾ ਸਮਝ ਲੱਗੇ ਤਾਂ ਫਿਰ ਸੰਗਤ ਵੀ, ਤਾਂ ਕਿ ਸਾਨੂੰ ਇਹ ਖੇਲ ਦੀ ਚੰਗੀ ਤਰ੍ਹਾਂ ਸਮਝ ਲੱਗ ਜੇ, ਸਾਨੂੰ ਪਤਾ ਲੱਗ ਜੇ ਵੀ ਕਿਵੇਂ ਚੱਲ ਰਿਹਾ ਅਤੇ ਕਿਵੇਂ ਅਸੀਂ ਹਾਰਦੇ ਹਾਂ ਅਤੇ ਕਿਵੇਂ ਹੁਣ ਅਸੀਂ ਜਿੱਤ ਸਕਦੇ ਹਾਂ, ਕਿਵੇਂ ਅਸੀਂ ਸੁਖੀ ਰਹਿ ਸਕਦੇ ਹਾਂ। ਉਹਦੇ ਵਾਸਤੇ ਫਿਰ ਇਹ ਸਤਸੰਗ ਦੇ ਵਿੱਚ ਆ ਕੇ ਅਸੀਂ ਇਹ ਸਿੱਖਿਆ ਲੈਣੀ, ਅਸੀਂ ਇਹ ਸਾਰਾ ਭੇਤ ਲੈਣਾ। ਜੇ ਅਸੀਂ ਇਹ ਸਿੱਖਿਆ ਲੈ ਲਾਂਗੇ, ਬ੍ਰਹਮ ਦਾ ਗਿਆਨ ਲੈ ਲਾਂਗੇ, ਫਿਰ ਆਪਾਂ ਦੁਖੀ ਨਹੀਂ ਹੋਵਾਂਗੇ, ਫਿਰ ਅਸੀਂ ਅਸ਼ਾਂਤ ਨਹੀਂ ਹੋਵਾਂਗੇ। ਸਾਡਾ ਮਨ ਬੈਰ ਵਿਰੋਧ, ਈਰਖਾ, ਨਫ਼ਰਤ 'ਚ ਨਹੀਂ ਜਾਏਗਾ। ਸੋ ਇਸ ਵਾਸਤੇ ਫਿਰ ਇਹ ਆਪਾਂ ਵੱਧ ਤੋਂ ਵੱਧ ਸਤਸੰਗਤ ਕਰ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਉਹ ਇਸੇ ਗਿਆਨ ਨੂੰ ਹੀ ਆਪਾਂ ਦ੍ਰਿੜ ਕਰਦੇ ਹਾਂ ਨਿੱਤ, ਵੀ ਤਾਂ ਕਿ ਆਪਣੇ ਮਨ ਨੂੰ ਵੀ ਹੋ ਜੇ, ਸੋਝੀ ਆ ਜੇ ਆਪਾਂ ਨੂੰ ਵੀ, ਇਹ ਆਪਾਂ ਵੀ ਆਪਦੇ ਜੀਵਨ ਦਾ ਲਾਹਾ ਕੱਟ ਕੇ ਖੁਸ਼ੀ ਖੁਸ਼ੀ ਇੱਥੋਂ ਆਪਦੇ ਘਰ ਵਾਪਸ ਜਾਈਏ, ਇਸ ਲੋਕ ਦੇ ਵਿੱਚ ਵੀ ਖੁਸ਼ ਰਹਿ ਸਕੀਏ, ਸੁਖੀ ਰਹਿ ਸਕੀਏ, ਤਾਂ ਕਿ ਸਾਡਾ ਮਨ ਅਸ਼ਾਂਤ ਨਾ ਹੋਵੇ, ਅਤੇ ਆਪਣਾ ਅੱਗਾ ਵੀ ਸਵਾਰ ਲਈਏ, ਆਪਦੇ ਘਰ 'ਚ ਆਉਣ ਜਾਣ ਬਣਾ ਲਈਏ। ਉਹਦੇ ਵਾਸਤੇ ਫਿਰ ਆਪਾਂ ਸਾਰਿਆਂ ਨੇ ਸੋਝੀ ਲੈ ਕੇ ਇਸ ਮਾਰਗ 'ਤੇ ਚੱਲਣਾ। ਸੋ ਇੰਨੀਆਂ ਬੇਨਤੀਆਂ ਨੇ। ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਨੇ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿ